ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ। ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਨਾਲ ਗੁਰੂ ਜੀ ਦੀਆਂ ਕਥਾ ਕਹਾਣੀਆਂ ਸਰਵਣ ਕਰਨ ਦਾ ਸਮਾਂ ਮਿਲਦਾ ਹੈ। ਅਸੀਂ ਜਿਵੇਂ ਪਿਛਲੇ ਹਫ਼ਤੇ ਬੇਨਤੀ ਕੀਤੀ ਸੀ ਕਿ ਗੁਰਬਾਣੀ ਸੰਥਿਆ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ। ਉਸ ਮੁਤਾਬਕ ਨਿਰਣੇ ਮੁਤਾਬਕ ਅਸੀਂ ਭੱਟਾਂ ਦੇ ਸੋਈਆਂ ਦੀ ਸੰਥਿਆ ਦੀ ਵਿਚਾਰ ਸ਼ੁਰੂ ਕਰਨੀ ਹੈ। ਪਰ ਸੰਥਿਆ ਤੋਂ ਪਹਿਲਾਂ ਭੱਟ ਸਾਹਿਬਾਨ ਦੇ ਜੀਵਨ ਬਾਰੇ ਜਾਣਕਾਰੀ, ਭੱਟ ਕੌਣ ਸਨ, ਭੱਟ ਕਦੋਂ ਗੁਰੂ ਦਰਬਾਰ ਵਿੱਚ ਆਏ, ਭੱਟਾਂ ਦੇ ਕਿੰਨੇ ਸਵਈਏ ਹਨ, ਉਸ ਤੋਂ ਪਹਿਲਾਂ ਸਵਈਏ ਮੁੱਖ ਵਾਕ ਮਹਿਲਾ ਪੰਜਵਾਂ ਦੇ ਸਵਈਏ ਹਨ। ਇਹ ਸਾਰੀ ਬੇਸਿਕ ਜਾਣਕਾਰੀ ਹੈ ਜੋ ਅਸੀਂ ਲੈਣੀ ਸਾਡੇ ਲਈ ਜ਼ਰੂਰੀ ਹੈ। ਜੇ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦੋਂ ਪਾਠ ਕਰਦੇ ਹਾਂ ਤਾਂ ਇਹਨਾਂ ਦੀ ਜਾਣਕਾਰੀ, ਫਿਰ ਉਹਨਾਂ ਦੇ ਅੰਕ ਜੋੜ, ਕਿੰਨੇ ਸਵਈਏ, ਸਾਰਾ ਕੁਛ, ਇਹਨਾਂ ਦੀ ਬੰਸਾਵਲੀ ਕੀ ਹੈ, ਭੱਟ ਕਦੋਂ ਆਏ, ਕਿਹੜੀ ਜਗ੍ਹਾ 'ਤੇ ਆਏ, ਇਹ ਸਾਰਾ ਕੁਛ ਅਸੀਂ ਆਪ ਜੀ ਦੇ ਨਾਲ ਵਿਚਾਰਾਂ ਕਰਾਂਗੇ ਸੰਥਿਆ ਤੋਂ ਪਹਿਲਾਂ। ਇਹ ਵਿਚਾਰਾਂ ਦੀ ਸੇਵਾ ਨਿਭਾ ਰਹੇ ਹਨ ਵੀਰ ਜਗੀਰ ਸਿੰਘ ਜੀ ਪਟਿਆਲੇ ਤੋਂ। ਮੈਂ ਵੀਰ ਜਗੀਰ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਉਹ ਇਹ ਭੱਟਾਂ ਦੇ, ਭੱਟ ਸਾਹਿਬਾਨ ਦੇ ਸੰਬੰਧ ਵਿੱਚ ਜੋ ਜਾਣਕਾਰੀ ਸਾਨੂੰ ਮਿਲਦੀ ਹੈ, ਹਾਲਾਂਕਿ ਬਹੁਤੀ ਜਾਣਕਾਰੀ ਮਿਲਦੀ ਵੀ ਨਹੀਂ, ਪਰ ਜਿੰਨੀ ਕੁ ਜਾਣਕਾਰੀ ਸਾਨੂੰ ਮਿਲਦੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰਨ, ਔਰ ਉਸ ਤੋਂ ਬਾਅਦ ਜੋ ਸੰਥਿਆ ਹੈ ਉਹ ਆਰੰਭ ਕਰਾਉਣਗੇ। ਜੇ ਅੱਜ ਸਮਾਂ ਜਾਣਕਾਰੀ 'ਤੇ ਜ਼ਿਆਦਾ ਲੱਗ ਗਿਆ ਫਿਰ ਅਸੀਂ ਅਗਲੇ ਹਫ਼ਤੇ ਤੋਂ ਸੰਥਿਆ ਸ਼ੁਰੂ ਕਰ ਸਕਦੇ, ਜਿਵੇਂ ਵੀ ਸਮੇਂ ਦੇ ਮੁਤਾਬਕ ਹੋਏਗਾ ਅਸੀਂ ਵਿਚਾਰ ਕਰਾਂਗੇ। ਤਾਂ ਮੈਂ ਵੀਰ ਜਗੀਰ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਆਪਣੇ ਅੱਜ ਦੀ ਇਹ ਸੰਥਿਆ ਕਲਾਸ ਸ਼ੁਰੂ ਕੀਤੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਭੱਟਾਂ ਦੀ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਭੱਟਾਂ ਬਾਰੇ ਥੋੜ੍ਹੀ ਜਾਣਕਾਰੀ ਲੈ ਲਈਏ। ਪਤਾ ਲੱਗ ਜਾਏਗਾ ਵੀ ਭੱਟ ਕਦੋਂ ਆਏ, ਇਹਨਾਂ ਕੀ ਖਾਨਦਾਨ ਸੀ, ਕਿਸ ਤਰ੍ਹਾਂ ਸੀ, ਸਾਰਾ ਕੁਝ ਥੋੜ੍ਹਾ ਜਿਹਾ ਇਹਦੇ ਬਾਰੇ ਆਪਾਂ ਵਿਚਾਰ ਕਰਨੀ ਆ। ਇਸ ਤੋਂ ਪਹਿਲਾਂ ਆਪਾਂ ਮੂਲ ਮੰਤਰ ਦਾ ਪਾਠ ਕਰ ਲਈਏ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਭੱਟ ਜਾਤ ਦੇ ਸੁਰਸੱਤ ਬ੍ਰਾਹਮਣ ਸਨ। ਇਹ ਜਿਹੜੇ ਭੱਟ ਸਨ ਇਹ ਬ੍ਰਾਹਮਣ ਸਨ। ਇਹ ਆਪਣੀ ਉਤਪਤੀ ਕੌਸ਼ਸ ਰਿਸ਼ੀ ਤੋਂ ਦੱਸਦੇ ਹਨ। ਇੱਕ ਰਿਸ਼ੀ ਹੋਇਆ ਕੌਸ਼ਸ, ਉਸ ਤੋਂ ਇਹਨਾਂ ਦੀ ਉਤਪਤੀ ਦਾ ਪਤਾ ਲੱਗਦਾ ਜੀ। ਉੱਚੀਆਂ ਜਾਤਾਂ ਦੇ ਜਿਹੜੇ ਬ੍ਰਾਹਮਣ ਸਨ ਉਹ ਭੱਟਾਂ ਨੂੰ ਆਪਣੇ ਨਾਲੋਂ ਨੀਵੀਂ ਜਾਤ ਦੇ ਬ੍ਰਾਹਮਣ ਸਮਝਦੇ ਸਨ। ਇਹ ਬ੍ਰਾਹਮਣਾਂ ਦੇ ਵਿੱਚ ਵੀ ਕਈ ਜਾਤੀਆਂ ਹੈਗੀਆਂ ਨੇ, ਤੇ ਜਿਹੜੇ ਉੱਚੀ ਜਾਤ ਦੇ ਬ੍ਰਾਹਮਣ ਸੀ ਉਹ ਇਹਨਾਂ ਭੱਟਾਂ ਨੂੰ ਵਧੀਆ ਨਹੀਂ ਸੀ ਸਮਝਦੇ। ਇਹ ਲੋਕ ਜਿਹੜੇ ਭੱਟ ਸੀਗੇ ਸਰਸਵਤੀ ਨਦੀ ਦੇ ਕੰਢੇ ਵਸੇ ਹੋਏ ਸਨ। ਇਹ ਨਦੀ ਪਹਿਲਾਂ ਪਹੋਏ ਜ਼ਿਲ੍ਹਾ ਕਰਨਾਲ ਕੋਲੋਂ ਦੀ ਲੰਘਦੀ ਸੀ। ਇਹ ਸਰਸਵਤੀ ਨਦੀ ਸੀ, ਇਹ ਪਹੋਏ ਦੇ ਕੋਲ ਦੀ ਲੰਘਦੀ ਸੀਗੀ। ਜਿਹੜੇ ਭੱਟ ਨਦੀ ਤੋਂ ਉਰਲੇ ਪਾਸੇ ਰਹਿੰਦੇ ਸਨ ਉਹਨਾਂ ਨੂੰ ਸਾਰਸਵਤ, ਜਿਹੜੇ ਪਰਲੇ ਪਾਸੇ ਵੱਸਦੇ ਸਨ ਉਹਨਾਂ ਨੂੰ ਗੌੜ ਅਖਵਾਉਣ ਲੱਗੇ ਜੀ। ਇਹਨਾਂ ਵਿੱਚ ਕੁਝ ਭੱਟ ਯੂਪੀ, ਸੀਪੀ ਮਤਲਬ ਮੱਧ ਪ੍ਰਦੇਸ਼ ਵਿੱਚ ਵਸ ਗਏ। ਕੁਝ ਸਹਾਰਨਪੁਰ ਅਤੇ ਜਗਾਦਰੀ ਦੇ ਇਲਾਕੇ ਵਿੱਚ ਰਹਿੰਦੇ ਹਨ। ਇਹਨਾਂ ਸਭ ਭੱਟਾਂ ਕੋਲ ਵਹੀਆਂ ਹਨ ਜਿਨ੍ਹਾਂ ਉੱਤੇ ਇਹ ਆਪਣੇ ਜਜਮਾਨਾਂ ਦੀ ਬੰਸਾਵਲੀ ਲਿਖਦੇ ਆ ਰਹੇ ਹਨ। ਇਹਨਾਂ ਵਹੀਆਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਭੱਟ ਸੁਲਤਾਨਪੁਰ ਵੀ ਰਹਿੰਦੇ ਸਨ। ਭੱਟ ਬੰਸਾਵਲੀ
ਭਗੀਰਥ ਤੋਂ ਸ਼ੁਰੂ ਹੁੰਦੀ ਹੈ। ਬੰਸਾਵਲੀ ਭੱਟ ਭਗੀਰਥ ਤੋਂ ਸ਼ੁਰੂ ਹੁੰਦੀ ਹੈ। ਭਗੀਰਥ ਤੋਂ ਨਵੀਂ ਪੀੜ੍ਹੀ ਮਤਲਬ ਵਿੱਚ ਭੱਟ ਰਈਆ ਹੋਇਆ ਹੈ। ਇੱਕ ਭੱਟ ਰਈਆ ਹੋਇਆ, ਉਹ ਭਗੀਰਥ ਦੀ 9ਵੀਂ ਪੀੜ੍ਹੀ ਸੀਗੀ। ਇਸ ਦੇ 6 ਪੁੱਤਰ ਸਨ। ਇਹਨਾਂ ਦੇ ਨਾਂ ਸੀਗੇ ਜੀ ਭਿੱਖਾ, ਸੇਖਾ, ਤੋਖਾ, ਗੋਖਾ, ਚੋਖਾ ਅਤੇ ਟੋਡਾ। ਇੱਕ ਵਾਰੀ ਫਿਰ ਦੁਬਾਰਾ ਨਾਂ ਸੁਣੋ ਜੀ ਇਹਨਾਂ ਦੇ। ਪਹਿਲਾ ਪੁੱਤਰ ਸੀ, ਵੱਡਾ ਸ਼ਬਦ ਸੀਗਾ ਭਿੱਖਾ, ਫਿਰ ਸੇਖਾ, ਫਿਰ ਤੋਖਾ, ਫਿਰ ਗੋਖਾ, ਫਿਰ ਚੋਖਾ ਤੇ 6ਵਾਂ ਪੁੱਤਰ ਸੀ ਟੋਡਾ। ਇਹਨਾਂ ਵਿੱਚੋਂ ਕੇਵਲ ਭੱਟ ਭਿੱਖਾ ਦੇ 2 ਸਵਈਏ ਗੁਰੂ ਗ੍ਰੰਥ ਵਿੱਚ ਦਰਜ ਹਨ। ਇਹ ਜਿਹੜੇ ਰਈਏ ਦੇ 6 ਪੁੱਤਰ ਸੀ, ਇਹਨਾਂ ਵਿੱਚੋਂ ਜਿਹੜਾ ਭੱਟ ਸੀਗਾ, ਭੱਟ ਭਿੱਖਾ ਸੀ ਜਿਹੜਾ, ਇਹਦੇ 2 ਸਵਈਏ ਗੁਰੂ ਅਮਰਦਾਸ ਜੀ ਦੀ ਉਸਤਤ ਦੇ ਵਿੱਚ ਉਚਾਰਨ ਕੀਤੇ ਹੋਏ ਨੇ। ਭੱਟ ਭਿੱਖਾ ਜੀ ਗੁਰੂ ਅਮਰਦਾਸ ਜੀ ਦੇ ਸਿੱਖਾਂ ਵੇਲੇ ਸਿੱਖ ਬਣਿਆ ਸੀ। ਭੱਟ ਭਿੱਖਾ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖ ਬਣਿਆ ਸੀ। ਭਾਈ ਗੁਰਦਾਸ ਜੀ ਨੇ ਇਸ ਦਾ ਨਾਮ ਸਤਿਗੁਰ ਅਮਰਦਾਸ ਜੀ ਦੇ ਸਿੱਖਾਂ ਵਿੱਚ ਲਿਖਿਆ ਹੈ। ਭਾਈ 12 ਆਪਣੇ ਭਾਈ ਗੁਰਦਾਸ ਜੀ ਜਿਹੜੇ 12 ਨੇ, ਉਹਨਾਂ ਦੇ ਵਿੱਚ ਭਾਈ ਭਿੱਖੇ ਦਾ ਨਾਮ ਆਉਂਦਾ ਹੈ। ਭਿੱਖਾ ਭੱਟ ਟੋਡਾ ਜੀ ਨੂੰ ਛੱਡ ਕੇ, ਟੋਡਾ ਜੀ ਨੂੰ ਛੱਡ ਦੋ, ਮਤਲਬ ਬਾਕੀ ਸਾਰੇ ਭਰਾਵਾਂ ਦੇ ਪੁੱਤਰਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹ ਗੱਲ ਨੂੰ ਫਿਰ ਦੁਬਾਰਾ ਸਮਝੋ ਜੀ। ਭੱਟ ਟੋਡਾ ਜੀ ਨੂੰ ਛੱਡ ਕੇ, ਮਤਲਬ ਟੋਡਾ ਜੀ ਦਾ ਕਿਸੇ ਕੋਈ ਪੁੱਤਰ ਨਹੀਂ ਹੈਗਾ ਜਿਹਨੇ ਬਾਣੀ ਰਚੀ ਹੋਵੇ। ਬਾਕੀ ਜਿੰਨੇ ਭਰਾ ਸੀਗੇ ਉਹਨਾਂ ਦੇ ਪੁੱਤਰਾਂ ਨੇ ਬਾਣੀ ਰਚੀ ਹੈ ਜੀ। ਮਤਲਬ ਰਈਏ ਦੇ ਪੁੱਤਰਾਂ ਨੇ, ਇੱਕ ਰਈਏ ਦੇ ਪੁੱਤਰ ਨੇ ਭੱਟ ਭਿੱਖਾ ਜੀ ਨੇ, ਬਾਕੀ ਜਿਹੜੇ 10 ਹੈਗੇ ਨੇ ਉਹ ਭਾਈ ਰਈਆ ਜੀ, ਭੱਟ ਰਈਆ ਜੀ ਦੇ ਪੋਤਰੇ ਸੀਗੇ ਜੀ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 11 ਭੱਟਾਂ ਦੀ ਬਾਣੀ ਦਰਜ ਹੈ। ਇਹਨਾਂ 11 ਭੱਟਾਂ ਦੇ ਵਿੱਚੋਂ ਭੱਟ ਕੀਰਤ ਜੀ ਤੇ ਭੱਟ ਮਾਸਰਾ ਜੀ, ਇਹ ਦੋਨੇ ਸਕੇ ਭਰਾ ਸੀਗੇ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਗਲਾਂ ਨਾਲ ਜੰਗ ਦੇ ਵਿੱਚ ਜੂਝਦੇ ਹੋਏ ਸ਼ਹੀਦੀਆਂ ਇਹਨਾਂ ਨੇ ਪ੍ਰਾਪਤ ਕੀਤੀਆਂ ਨੇ ਜੀ। ਹੁਣ ਇਹ ਗੱਲ ਯਾਦ ਰੱਖਣ ਵਾਲੀ ਹੈ ਜੀ। ਇਹ ਜਿਹੜੇ ਭੱਟ ਸੀਗੇ 11, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਇਹਨਾਂ ਵਿੱਚੋਂ 2 ਭੱਟ, ਇੱਕ ਭੱਟ ਕੀਰਤ ਜੀ ਤੇ ਦੂਜਾ ਭੱਟ ਮਸਰਾ ਜੀ, ਇਹ ਦੋਵੇਂ ਸਕੇ ਭਰਾ ਸੀਗੇ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਗਲਾਂ ਨਾਲ ਜੰਗ ਦੇ ਵਿੱਚ ਜੂਝ ਕੇ ਇਹਨਾਂ ਨੇ ਸ਼ਹੀਦੀਆਂ ਪਾਈਆਂ ਨੇ। ਹੁਣ ਭੱਟ ਕਦੋਂ ਆਏ ਜੀ? 1681 ਵਿੱਚ, ਜਦੋਂ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਅਤੇ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਉੱਤੇ, ਗੁਰੂ ਅਰਜਨ ਦੇਵ ਜੀ ਗੱਦੀ ਉੱਤੇ ਬਿਰਾਜਮਾਨ ਹੋਏ, ਉਸ ਵੇਲੇ ਸਾਰੇ ਭੱਟ ਸੰਗਤ ਨਾਲ ਰਲ ਕੇ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ। ਇਹਦੇ ਵਿੱਚ ਕਈ ਬੰਦਿਆਂ ਦਾ ਵਖਰੇਵਾਂ ਹੈਗਾ, ਲੇਕਿਨ ਇਹ ਗੱਲ ਭੱਟਾਂ ਦੇ ਵਿੱਚੋਂ ਸਾਫ਼ ਜ਼ਾਹਰ ਹੋ ਜਾਂਦੀ ਆ ਵੀ ਭੱਟ ਰਲ ਕੇ ਗੋਇੰਦਵਾਲ ਸਾਹਿਬ ਹੀ ਪਹੁੰਚੇ ਨੇ। ਇਹਨਾਂ ਦੇ ਮਨ ਨੂੰ ਸ਼ਾਂਤੀ ਆਈ, ਸੰਸ਼ੇ ਦੂਰ ਹੋ ਗਏ, ਗੁਰੂ ਜੀ ਦੇ ਦਰਸ਼ਨ ਕਰਕੇ ਮਨ ਟਿਕ ਗਿਆ, ਆਨੰਦ ਆ ਗਿਆ। ਇਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਸਾਰੇ ਗੁਰੂ ਸਾਹਿਬਾਨ ਦੀ ਮਹਿਮਾ ਵਿੱਚ ਸਵੀਏ ਉਚਾਰਨ ਕੀਤੇ। ਇਹ ਜਦੋਂ ਭੱਟ ਗੋਇੰਦਵਾਲ ਸਾਹਿਬ ਆਏ ਨੇ, ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਮਿਲੇ ਤੇ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਗੁਰਗੱਦੀ ਮਿਲੀ ਹੈ, ਉਸ ਟਾਈਮ ਇਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਇਹਨਾਂ ਦਾ ਮਨ ਪਤੀਜ ਗਿਆ ਤੇ ਇਹਨਾਂ ਨੇ ਆਪਣੇ ਸਵਈਆਂ ਦੇ ਵਿੱਚ ਸਾਫ਼ ਲਿਖਿਆ ਵੀ ਅਸੀਂ ਕਈ ਵਰਸ ਫਿਰਦੇ ਰਹੇ, ਸਾਨੂੰ ਸ਼ਾਂਤੀ ਨਹੀਂ ਕਿਤੇ ਮਿਲੀ, ਸੱਚਾ ਦਰ ਸਾਨੂੰ ਹੁਣੇ ਪ੍ਰਾਪਤ ਹੋਇਆ। ਇਸ ਤਰ੍ਹਾਂ ਜਿਹੜੇ ਸਵਈਏ ਸੀ, ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ, ਇਹ ਗੱਲ ਯਾਦ ਰੱਖਣ ਵਾਲੀ ਹੈ ਜੀ, ਆਪਣੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਆਪਣੀ ਬਾਣੀ ਦੇ ਬਰਾਬਰ ਮਾਨਤਾ ਦਿੱਤੀ ਜੀ। ਹੁਣ ਅੱਗੇ ਸਵਾਲ ਆਉਂਦਾ ਹੈ, ਕਈ ਬੰਦੇ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੀ ਉਸਤਤ ਬਾਣੀ ਵਿੱਚ ਕਿਉਂ ਦਰਜ ਕੀਤੀ ਹੈ? ਕਈ ਬੰਦੇ ਇਹ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਨੇ ਆਪਣੀ ਉਸਤਤ ਗੁਰਬਾਣੀ ਵਿੱਚ ਕਿਉਂ ਦਰਜ ਕੀਤੀ ਹੈ? ਅਸਲ ਵਿੱਚ ਭੱਟਾਂ ਦੇ ਸਵਈਆਂ ਵਿੱਚ ਵਿਅਕਤੀ ਦੀ ਉਸਤਤ ਨਹੀਂ, ਸਗੋਂ ਅਕਾਲ ਪੁਰਖ ਦੀ ਜੋਤ ਦੀ ਉਸਤਤ ਹੈ। ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਇਸ ਤਰ੍ਹਾਂ
ਇਹ ਗੁਰੂ ਦੀ ਉਸਤਤ ਨਹੀਂ ਹੈਗੀ, ਗੁਰੂ ਦੀ ਜੋਤ ਦੀ ਉਸਤਤ ਹੈਗੀ, ਅਕਾਲ ਪੁਰਖ ਦੀ ਜੋਤ ਦੀ ਉਸਤਤ ਹੈਗੀ ਆ। ਹੁਣ ਭੱਟਾਂ ਦੇ ਸਵਈਆਂ ਦਾ ਸਿਰਲੇਖ ਹੈ ਸਵਈਏ ਮਹੱਲੇ ਪਹਿਲੇ ਕੇ, ਫਿਰ ਆਏਗਾ ਗੇ ਸਵਈਏ ਮਹੱਲੇ ਦੂਜੇ ਕੇ, ਫਿਰ ਅੱਗੇ ਹੈ ਜੀ ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ, ਸਵਈਏ ਮਹੱਲੇ ਪੰਜਵੇਂ ਕੇ। ਇਹਨਾਂ ਸਵਈਆਂ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1385 ਉੱਪਰ ਦਰਜ ਕੀਤੇ ਹਨ। ਇਹਨਾਂ ਦਾ ਸਿਰਲੇਖ ਹੈ ਸਵਈਏ ਸ੍ਰੀ ਮੁਖ ਵਾਕਿਆ ਮਹੱਲਾ ਪੰਜਵਾਂ ਜੀ। ਗੁਰੂ ਅਰਜਨ ਦੇਵ ਜੀ ਜੇਕਰ ਸ੍ਰੀ ਮੁਖ ਵਾਕ ਸ਼ਬਦ ਵਿੱਚ ਨਾ ਲਿਖਦੇ ਤਾਂ ਇਹ ਸਿਰਲੇਖ ਬਣ ਜਾਣਾ ਸੀ ਸਵਈਏ ਮਹੱਲਾ ਪੰਜਵਾਂ। ਭੱਟਾਂ ਦੇ ਸਵਈਆਂ ਦਾ ਸਿਰਲੇਖ ਹੈ ਸਵਈਏ ਮਹੱਲੇ ਪੰਜਵੇਂ ਕੇ। ਦੋਹਾਂ ਦਾ ਅੰਤਰ ਇੱਕੋ ਹੀ ਹੈ, ਕੋਈ ਅੰਤਰ ਨਹੀਂ ਸੀ ਰਹਿ ਜਾਣਾ। ਫਿਰ ਭੁਲੇਖਾ ਪੈ ਜਾਣਾ ਸੀ ਕਿ ਕਿਹੜੇ ਸਵਈਏ ਗੁਰੂ ਅਰਜਨ ਦੇਵ ਜੀ ਦੇ ਹਨ ਤੇ ਕਿਹੜੇ ਸਵਈਏ ਭੱਟਾਂ ਦੇ ਹਨ। ਸੋ ਇਸ ਭੁਲੇਖੇ ਨੂੰ ਦੂਰ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਆਪਣੇ ਉਚਾਰੇ ਹੋਏ ਸਵਈਆਂ ਵਿੱਚ ਸ੍ਰੀ ਮੁਖ ਵਾਕ ਲਿਖ ਦਿੱਤਾ ਹੈ। ਇਹ ਗੱਲ ਸਪਸ਼ਟ ਹੋ ਗਈ ਵੀ ਪਹਿਲੇ ਸਵਈਏ ਗੁਰੂ ਅਰਜਨ ਦੇਵ ਜੀ ਦੇ ਲਿਖੇ ਹੋਏ ਹਨ ਤੇ ਦੂਸਰੇ ਸਵਈਏ ਬਾਅਦ ਵਾਲੇ ਸਵਈਏ ਭੱਟਾਂ ਦੇ ਲਿਖੇ ਹੋਏ ਹਨ। ਇਹਨਾਂ ਸਵਈਆਂ ਵਿੱਚ ਵੀ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦੀ ਉਸਤਤ ਕੀਤੀ ਹੈ ਤੇ ਫਿਰ ਗੁਰੂ ਸਾਹਿਬ ਜੀ ਦੀ ਉਸਤਤ ਕੀਤੀ ਹੈ। ਸਾਰੇ ਭੱਟਾਂ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦੀ ਉਸਤਤ ਕੀਤੀ ਹੈ, ਫਿਰ ਗੁਰੂ ਸਾਹਿਬ ਦੀ ਉਸਤਤ ਕੀਤੀ ਹੈ। ਸੇਮ ਸਿਧਾਂਤ ਹੈ, ਜੋ ਗੁਰੂ ਅਰਜਨ ਦੇਵ ਜੀ ਦੇ ਸਵਈਆਂ ਦਾ ਸਿਧਾਂਤ ਹੈ ਉਹੀ ਭੱਟਾਂ ਦੇ ਸਵਈਆਂ ਦਾ ਸਿਧਾਂਤ ਹੈ। ਹੁਣ ਕੁਝ ਸੱਜਣ ਕਹਿੰਦੇ ਹਨ ਕਿ ਭੱਟਾਂ ਦੀ ਬਾਣੀ ਗੁਰਮਤਿ ਅਨੁਸਾਰ ਨਹੀਂ ਹੈ ਜੀ। ਜਰਾ ਸੋਚੋ, ਜੇ ਇਹ ਬਾਣੀ ਗੁਰਮਤਿ ਅਨੁਸਾਰ ਨਹੀਂ ਤਾਂ ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਨੂੰ ਕਿਉਂ ਦਰਜ ਕੀਤਾ? ਗੁਰੂ ਅਰਜਨ ਦੇਵ ਜੀ ਆਪ ਅਕਾਲ ਪੁਰਖ ਦਾ ਰੂਪ ਸੀ, ਕਿ ਉਹਨਾਂ ਨੇ ਗਲਤ ਕੰਮ ਕੀਤਾ? ਇਹ ਸੋਚਣਾ ਪਏਗਾ ਸਾਨੂੰ। ਇਹ ਹੋ ਨਹੀਂ ਸਕਦਾ ਏਦਾਂ ਵੀ ਗਲਤ ਬਾਣੀ ਉਚਾਰਨ ਦਰਜ ਕਰ ਦੇਣ। ਗੁਰੂ ਅਰਜਨ ਦੇਵ ਜੀ ਨੇ ਕਾਨ੍ਹਾ, ਸੱਜੂ, ਪੀਲੋ ਅਤੇ ਸ਼ਾਹ ਹੁਸੈਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਵਿੱਚ ਦਰਜ ਨਹੀਂ ਕੀਤੀ, ਕਿਉਂਕਿ ਇਹਨਾਂ ਦੀ ਬਾਣੀ ਗੁਰਮਤਿ ਆਸੇ ਅਨੁਸਾਰ ਨਹੀਂ ਸੀ। ਇਹਨਾਂ ਦੀਆਂ ਰਚਨਾਵਾਂ ਘਟੀਆ ਕਿਸਮ ਦੀ ਤੁਕਬੰਦੀ ਤੋਂ ਵੱਧ ਕੁਝ ਵੀ ਨਹੀਂ ਸਨ ਜੀ। ਮਤਲਬ ਗੁਰਮਤਿ ਦੇ ਅਨੁਸਾਰ ਪੂਰੇ ਨਹੀਂ ਉਤਰੇ ਹੈਗੇ, ਇਸ ਕਰਕੇ ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਨਹੀਂ ਉਤਰੀ। ਹਾਲਾਂਕਿ ਇਹਨਾਂ ਜਿਹੜੇ ਕਵੀ ਸੀਗੇ, ਇਹਨਾਂ ਦੇ ਵਿੱਚੋਂ ਇੱਕ ਕਵੀ ਦੀ ਜਹਾਂਗੀਰ ਨਾਲ ਸਿੱਧੀ ਰਿਸ਼ਤੇਦਾਰੀ ਵੀ ਸੀਗੀ। ਉਹਨਾਂ ਨੇ ਜਹਾਂਗੀਰ ਕੋਲ ਜਾ ਕੇ ਰਿਪੋਰਟ ਵੀ ਕੀਤੀ, ਪਰ ਗੁਰੂ ਸਾਹਿਬ ਡਰੇ ਨਹੀਂ, ਘਬਰਾਏ ਨਹੀਂ ਹੈਗੇ, ਇਹਨਾਂ ਦੀ ਬਾਣੀ ਨਹੀਂ ਉਚਾਰਨ ਕੀਤੀ ਜੀ। ਇਹਨਾਂ ਕਵੀਆਂ ਨੇ ਗੁਰੂ ਸਾਹਿਬ ਜੀ ਨਾਲ ਵਿਰੋਧ ਕਮਾਇਆ, ਜਹਾਂਗੀਰ ਕੋਲ ਜਾ ਕੇ ਕੰਨ ਵੀ ਭਰੇ, ਜਿਸ ਕਰਕੇ ਗੁਰੂ ਸਾਹਿਬ ਦੀ ਸ਼ਹੀਦੀ ਵੀ ਹੋਈ। ਇੱਕ ਰੀਜਨ ਇਹ ਵੀ ਵਿੱਚ ਹੈਗਾ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ। ਪਰ ਗੁਰੂ ਜੀ ਆਪ ਅਕਾਲ ਪੁਰਖ ਦਾ ਰੂਪ ਸਨ, ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਸੀ। ਸੱਚ ਨੂੰ ਸੱਚ ਕਹਿਣਾ ਇਹ ਕੋਈ ਨਿੰਦਿਆ ਨਹੀਂ, ਕੋਈ ਮਾੜਾ ਕੰਮ ਨਹੀਂ। ਗੁਰੂ ਸਾਹਿਬ ਦੀ ਵਡਿਆਈ ਕਰਨੀ ਇਹ ਵੀ ਕੋਈ ਬਿਰਲਾ ਹੀ ਕਰ ਸਕਦਾ ਹੈ। ਜੇਕਰ ਭੱਟ ਦੀ ਬਾਣੀ ਗੁਰਮਤਿ ਅਨੁਸਾਰ ਸੀ ਤਾਂ ਹੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਗੁਰੂ ਗ੍ਰੰਥ ਵਿੱਚ ਦਰਜ ਕੀਤਾ ਹੈ। ਇਹ ਹੈ ਜੀ, ਭੱਟਾਂ ਦੀ ਗਿਣਤੀ ਬਾਰੇ ਵੀ ਮਤਭੇਦ ਚਲਿਆ ਆ ਰਿਹਾ ਹੈ। ਭੱਟਾਂ ਦੀ ਗਿਣਤੀ 10 ਤੋਂ 22 ਤੱਕ ਦੱਸੀ ਗਈ ਹੈ। ਜਿਹੜੇ ਵਿਦਵਾਨ ਨੇ ਉਹ ਕਹਿੰਦੇ ਵੀ ਭੱਟ, ਕੋਈ ਕਹਿੰਦਾ 10 ਹੈ, ਕੋਈ ਕਹਿੰਦਾ 15 ਨੇ, ਕੋਈ ਕਹਿੰਦਾ 17 ਨੇ, ਇੱਥੇ 22 ਤੱਕ ਵੀ ਦੱਸੀ ਗਈ ਹੈ। ਹੁਣ ਇਹਦੇ ਬਾਰੇ ਆਪਾਂ ਵਿਚਾਰ ਕਰੀਏ। ਆਪਣੇ ਆਪ ਨੂੰ ਦਾਸ ਸੇਵਕ ਕਹਿਣ ਨਾਲ ਭੱਟਾਂ ਦੀ ਗਿਣਤੀ ਤਾਂ ਨਹੀਂ ਵੱਧ ਜਾਂਦੀ? ਜੇ ਕੋਈ ਭੱਟ ਆਪਣੇ ਆਪ ਨੂੰ ਦਾਸ ਕਹੇ, ਸੇਵਕ ਕਹੇ, ਜਨ ਕਹੇ, ਤਾਂ ਉਹ 2 ਜਾਂ 3 ਤਾਂ ਨਹੀਂ ਭੱਟ ਬਣ ਗਏ, ਇੱਕੋ ਹੀ ਰਹੇਗਾ ਨਾ ਜੀ। ਇਸ ਤਰ੍ਹਾਂ ਭੱਟ ਕਲਸਹਾਰ ਨੇ ਆਪਣੇ ਸਵਈਆਂ ਵਿੱਚ ਆਪਣਾ ਨਾਮ ਕਲ ਤੇ ਟਲ ਲਿਖਦੇ ਹਨ। ਕਲਸਹਾਰ ਇਹਨਾਂ ਦਾ ਮੁਖੀ ਸੀਗਾ। ਸਭ ਤੋਂ ਵੱਧ ਬਾਣੀ ਇਹਨਾਂ ਨੇ ਹੀ ਰਚੀ ਹੈ। ਕਲਸਹਾਰ ਨੇ, ਇਹਨਾਂ ਨੇ ਆਪਣੇ ਸਵਈਆਂ ਦੇ ਵਿੱਚ ਆਪਣੇ ਆਪ ਨੂੰ ਦਾਸ, ਕਲ ਤੇ ਟਲ ਲਿਖਦੇ ਨੇ ਆਪਣੇ ਆਪ ਨੂੰ। ਇਸ ਤਰ੍ਹਾਂ
ਗਿਣਤੀ ਨਹੀਂ ਵੱਧ ਜਾਂਦੀ। ਜਾਲਪ ਦਾ ਦੂਜਾ ਨਾਮ ਜਲ ਹੈ। ਇਸ ਤਰ੍ਹਾਂ ਪਾਰਸ ਕੋਈ ਪਟ ਨਹੀਂ ਜੀ। ਪਰਮਾਨੰਦ, ਜਲਨ, ਸਦਰੰਗ, ਠਾਕੁਰ, ਗੰਗਾ ਆਦਿ ਕੋਈ ਪਟ ਨਹੀਂ ਜੀ। ਇਹ ਨਾਂ ਸਾਰੇ ਆਂਦੇ ਹਨ ਪੱਟਾਂ ਦੇ ਬਾਣੀ ਦੇ ਵਿੱਚ। ਇਸ ਦਾ ਨਿਰਣਾ ਸਵਈਆਂ ਵਿੱਚ ਆਏ ਨੰਬਰਾਂ ਤੋਂ ਹੁੰਦਾ ਹੈ। ਇਹ ਪਤਾ ਲੱਗਦਾ ਵੀ ਇਹ ਪੱਟ ਹੈਗੇ ਜਾਂ ਨਹੀਂ, ਇਹਨਾਂ ਦੀ ਬਾਣੀ ਉਚਾਰਨ ਵਿੱਚ ਹੈਗੀ, ਉਚਾਰਨ ਕੀਤੀ ਇਹਨਾਂ ਨੇ ਜਾਂ ਨਹੀਂ ਕੀਤੀ। ਇਹ ਕਿੱਥੋਂ ਪਤਾ ਲੱਗਦਾ? ਇਹਦਾ ਨਿਰਣਾ ਸਵਈਆਂ ਵਿੱਚ ਆਏ ਜਿਹੜੇ ਅੰਕ ਲਿਖੇ ਹੋਏ ਨੇ, ਨੰਬਰ ਲਿਖੇ ਹੋਏ ਨੇ ਬਾਅਦ ਦੇ ਵਿੱਚ, ਉਹਨਾਂ ਤੋਂ ਪਤਾ ਲੱਗਦਾ ਹੈ। ਜਦੋਂ ਨੰਬਰ ਬਦਲਦਾ ਹੈ, ਫਰਜ਼ ਕਰੋ 1 2 3 4 5, ਫਿਰ 1 2 3 4, ਫਿਰ 1 2 3 4 5 6 7 8 9 10, ਫਿਰ 1 2, ਵੀ ਜਿੱਥੋਂ ਫਿਰ 1 ਤੋਂ ਨੰਬਰ ਸ਼ੁਰੂ ਹੁੰਦਾ, ਜਿੱਥੇ ਨੰਬਰ ਬਦਲਦਾ ਹੈ ਉਸ ਸਵਈਏ ਤੋਂ ਬਾਅਦ ਅਗਲੇ ਪੱਟ ਦੀ ਬਾਣੀ ਸ਼ੁਰੂ ਹੋ ਜਾਂਦੀ ਹੈ। ਇਹ ਹੈ ਜੀ ਨਿਯਮ, ਫਾਰਮੂਲਾ। ਸੋ ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਹੋਰਾਂ ਵਿਦਵਾਨਾਂ ਨੇ ਪੂਰੀ ਖੋਜ ਕਰਕੇ ਪੱਟਾਂ ਦੀ ਗਿਣਤੀ 11 ਹੀ ਕੀਤੀ ਹੈ, ਜੋ ਕਿ ਬਿਲਕੁਲ ਠੀਕ ਹੈ। ਪੱਟਾਂ ਦੇ ਸਵਈਆਂ ਵਿੱਚ ਉਹੀ ਵਿਆਕਰਨ ਨਿਯਮ ਹਨ ਜੋ ਸਾਰੀ ਗੁਰਬਾਣੀ ਵਿੱਚ ਹਨ। ਜਿਸ ਤਰ੍ਹਾਂ ਆਪਾਂ ਨੇ ਬਾਣੀ ਦੇ ਸ਼ੁੱਧ ਉਚਾਰਨ ਦੇ ਨਿਯਮ ਪੜ੍ਹੇ ਨੇ ਵੀ ਇਸ ਤਰ੍ਹਾਂ ਉਚਾਰਨ ਕਰਨਾ, ਜੇ ਇਦਾਂ ਹੋਵੇ ਤਾਂ ਇਦਾਂ ਉਚਾਰਨ ਕਰਨਾ, ਜੇ ਇਦਾਂ ਹੋਵੇ ਤਾਂ ਇਦਾਂ ਉਚਾਰਨ ਕਰਨਾ। ਜਿੰਨੇ ਵੀ ਆਪਾਂ ਨੇ ਨਿਯਮ ਪੜ੍ਹੇ ਨੇ ਉਹ ਸਾਰੇ ਨਿਯਮ ਪੱਟਾਂ ਦੀ ਬਾਣੀ ਦੇ ਵਿੱਚ ਉਸੇ ਤਰ੍ਹਾਂ ਹੂਬ ਲਾਗੂ ਹੁੰਦੇ ਹਨ ਜੀ। ਹੋਰ ਜ਼ਿਆਦਾ ਜਾਣਕਾਰੀ ਦੇ ਲਈ ਪ੍ਰੋਫੈਸਰ ਸਾਹਿਬ ਸਿੰਘ ਦੀ ਕਿਤਾਬ ਸਵਈਏ ਸ੍ਰੀ ਮੁੱਖ ਵਾਕ ਮਹੱਲਾ ਪੰਜਵਾਂ ਅਤੇ ਪੱਟਾਂ ਦੇ ਸਵਈਏ, ਇੱਕੋ ਹੀ ਕਿਤਾਬ ਹੈ, ਨਾਂ ਦੋ ਨੇ। ਪਹਿਲਾ ਹੈਗਾ ਸਵਈਏ ਸ੍ਰੀ ਮੁੱਖ ਵਾਕ ਮਹੱਲਾ ਪੰਜਵਾਂ ਤੇ ਪੱਟਾਂ ਦੇ ਸਵਈਏ। ਇਹ ਅੰਕ ਨੰਬਰ 7 ਤੋਂ ਲੈ ਕੇ 83 ਤੱਕ ਪੜ੍ਹੋ ਜੀ। ਇੱਥੋਂ ਪੂਰੀ ਜਾਣਕਾਰੀ ਮਿਲ ਜਾਏਗੀ। ਤਕਰੀਬਨ 74 ਅੰਕ ਦੇ ਵਿੱਚ ਪੱਟਾਂ ਦੇ ਬਾਰੇ ਹੀ ਲਿਖਿਆ ਹੈ, ਜਿਹੜਾ ਕਿ ਇੱਥੇ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਹੁਣ ਅਸੀਂ ਪੜਾਂਗੇ ਜੀ ਪੱਟਾਂ ਦੇ ਸਵਈਆਂ ਦਾ ਵੇਰਵਾ। ਇਹ ਵੀ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਅਸੀਂ ਪੱਟ ਦਾ ਨਾਮ ਯਾਦ ਕਰ ਲਈਏ। ਯਾਦ ਕਰਨ ਦਾ ਸੌਖਾ ਤਰੀਕਾ ਕੀ ਹੈ ਵੀ ਜਿਵੇਂ ਕੋਈ ਵਰਲਡ ਕੱਪ ਹੁੰਦਾ, ਉਹਦੇ ਵਰਲਡ ਕੱਪ ਦੇ ਵਿੱਚ ਇਹਦਾ ਹੁੰਦਾ ਵੀ ਜਿਹਦੇ 골ਡ ਮੈਡਲ ਸਭ ਤੋਂ ਜ਼ਿਆਦਾ ਨੇ ਉਹ ਟੌਪ ਦੇ ਉੱਤੇ, ਜਿਹਦੇ ਘੱਟ ਨੇ ਉਹਦਾ ਬਾਅਦ ਦੇ ਵਿੱਚ, ਜਿਹਦਾ 골ਡ ਮੈਡਲ ਕੋਈ ਵੀ ਨਹੀਂ, ਚਾਂਦੀ ਦਾ ਨੰਬਰ ਹੈ, ਚਾਂਦੀ ਦਾ ਹੀ ਮੈਡਲ ਹੈਗਾ ਉਹਦਾ ਹੋਰ ਥੱਲੇ, ਜਿਹਦਾ ਕਾਂਸੀ ਦਾ ਮੈਡਲ ਹੈ ਉਹਦਾ ਹੋਰ ਥੱਲੇ। ਇਸੇ ਤਰ੍ਹਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਪੱਟਾਂ ਦੇ ਨਾਵਾਂ ਦੀ ਸੀਕੁਐਂਸ ਇਸ ਹਿਸਾਬ ਨਾਲ ਬਣਾਈ ਹੈ ਵੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਵਈਏ ਉਚਾਰਨ ਜ਼ਿਆਦਾ ਉਚਾਰਨ ਕੀਤੇ ਨੇ ਉਹਨਾਂ ਦਾ ਨਾਮ ਪਹਿਲਾਂ, ਜਿਨ੍ਹਾਂ ਨੇ ਘੱਟ ਉਚਾਰਨ ਕੀਤੇ ਨੇ ਉਹਦਾ ਬਾਅਦ ਦੇ ਵਿੱਚ। ਇਸ ਤਰ੍ਹਾਂ ਇਹਨਾਂ ਸਵਈਆਂ ਦੇ ਵਿੱਚ ਨਾਵਾਂ ਦੀ ਸੀਕੁਐਂਸ ਰੱਖਿਆ ਪ੍ਰੋਫੈਸਰ ਸਾਹਿਬ ਸਿੰਘ ਨੇ। ਕਿੱਦਾਂ ਹੈ ਜੀ? ਇਹਨਾਂ ਨੂੰ ਯਾਦ ਕਰਨ ਵਾਸਤੇ ਪਹਿਲਾਂ 4 ਪੱਟਾਂ ਦੇ ਨਾਂ ਯਾਦ ਕਰੋ, ਸਿਰਫ 4 ਦੇ। ਕਿਹੜੇ ਕਿਹੜੇ ਜੀ? ਪਹਿਲਾ ਕਲਸਹਾਰ, ਦੂਜਾ ਜਾਲਪ, ਤੀਜਾ ਕੀਰਤ, ਚੌਥਾ ਤਿੱਖਾ। ਇਹਨਾਂ ਦੇ 4 ਨਾਮ ਯਾਦ ਕਰਨੇ ਨੇ ਜੀ ਆਪਾਂ ਨੇ ਸਭ ਨੇ। ਕਲਸਹਾਰ, ਜਾਲਪ, ਕੀਰਤ, ਤਿੱਖਾ। ਜਦੋਂ 4 ਨਾਮ ਯਾਦ ਹੋ ਗਏ ਫਿਰ 3 ਨਾਮ ਯਾਦ ਕਰਨੇ ਨੇ। ਇੱਕ ਸਲ, ਇੱਕ ਭਲ, ਇੱਕ ਨਲ। ਸਲ, ਭਲ, ਨਲ, ਇਹਨਾਂ ਸਾਰਿਆਂ ਦੇ ਅਖੀਰ ਦੇ ਵਿੱਚ ਲੱਲਾ ਹੀ ਲੱਗਦਾ ਤਿਹਾਂ ਦੇ ਨਾਮ ਦੇ ਨਾਲ। ਸਲ, ਭਲ ਤੇ ਨਲ। 8ਵਾਂ ਤੇ 9ਵਾਂ ਨੰਬਰ ਫਿਰ 2 ਨੰਬਰ ਯਾਦ ਕਰਨੇ ਨੇ, ਗਿਆੰਦ ਤੇ ਮਥਰਾ। 8ਵਾਂ ਗਿਆੰਦ ਤੇ 9ਵਾਂ ਮਥਰਾ, ਤੇ 11ਵਾਂ ਤੇ 12ਵਾਂ 10ਵਾਂ ਤੇ 11ਵਾਂ, 10ਵਾਂ ਬਲ ਤੇ ਲਾਸਟ ਵਾਲਾ ਹਰਬੰਸ ਜੀ। ਇਸ ਤਰ੍ਹਾਂ ਅਸੀਂ ਇਹਨਾਂ ਪੱਟਾਂ ਦੇ ਨਾਮ ਜੇ ਇੱਕ ਵਾਰੀ ਯਾਦ ਕਰ ਲਈਏ ਤਾਂ ਸਾਨੂੰ ਯਾਦ ਹੋ ਜਾਣਗੇ। ਅਸੀਂ ਕੋਈ ਗੱਲ ਨਹੀਂ, ਬੜੀ ਮੁਸ਼ਕਲ ਗੱਲ ਹੈ ਨਹੀਂ। ਹੁਣ ਇਹਨਾਂ ਦੇ ਪਿਤਾ ਦੇ ਨਾਮ ਵੀ ਆਪਾਂ ਨੇ ਯਾਦ ਕਰਨੇ ਨੇ ਜੀ। ਇੱਕ ਤਾਂ ਜੀ ਕਲਸਹਾਰ, ਪਹਿਲੇ ਜਿਹੜੇ ਪੱਟ ਨੇ। ਇੱਕ 8ਵੇਂ ਪੱਟ ਗਿਆੰਦ। ਇਹਨਾਂ ਦੋਹਾਂ ਦੇ ਪਿਤਾ ਦਾ ਨਾਮ ਸੀਗਾ ਚੋਖਾ, ਜਿਹੜੇ ਰਈਏ ਦੇ ਪੁੱਤਰ ਸੀ। ਰਈਏ ਦਾ ਪੁੱਤਰ ਚੋਖਾ ਸੀ ਨਾ, ਜਿਹੜੇ 6 ਭਰਾ ਸੀਗੇ, ਉਹ ਚੋਖੇ ਦੇ 2 ਭਰਾ ਨੇ, ਇੱਕ ਕਲਸਹਾਰ, ਇੱਕ 8ਵਾਂ ਗਿਆੰਦ। ਇਹ 2 ਭਰਾ ਨੇ ਜੀ ਚੋਖੇ ਦੇ। ਅੱਗੇ ਆ ਗਿਆ ਜੀ ਜਿਹੜਾ ਭਿੱਖਾ ਹੈਗਾ, ਉਹ ਆਪਾਂ ਨੇ ਪਹਿਲਾਂ ਤੋਂ ਮੈਂ ਦੱਸਿਆ ਹੀ ਹੈ ਵੀ ਇਹ ਰਈਏ ਦਾ ਭਰਾ ਸੀ। ਰਈਏ ਦੇ ਇੱਕੋ ਪੁੱਤਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਸ਼ਬਦ ਨੇ ਜਿਹੜੇ ਕਿ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਉਚਾਰਨ ਕੀਤੇ ਹੋਏ ਨੇ। ਭਿੱਖੇ ਨੇ ਉਚਾਰਨ ਕੀਤੇ ਨੇ। ਰਈਏ ਦਾ ਪੁੱਤਰ ਸੀਗਾ, ਸਿਰਫ ਰਈਏ ਦੇ ਇੱਕੋ ਪੁੱਤਰ ਨੇ ਇਹ 2 ਸਵਈਏ ਉਚਾਰਨ ਕੀਤੇ ਨੇ।
ਅੱਗੇ ਆ ਗਿਆ ਜੀ ਦੂਜਾ ਪੁੱਤਰ ਜਾਲਪ, ਇੱਕ ਆ ਗਿਆ ਕੀਰਤ, ਦੂਜਾ ਤੇ ਤੀਜਾ ਜਾਲਪ, ਕੀਰਤ ਤੇ ਇੱਕ ਨੌਵਾਂ ਮਥਰਾ। ਇਹ ਤਿੰਨ ਸਕੇ ਭਰਾ ਨੇ। ਇਹਨਾਂ ਦਾ ਪਿਤਾ ਸੀਗਾ ਭਿੱਖਾ। ਇੱਕ ਜਾਲਪ, ਇੱਕ ਕੀਰਤ, ਇੱਕ ਮਥਰਾ। ਇਹ ਤਿੰਨੇ ਸਕੇ ਭਰਾ ਨੇ। ਇਹਨਾਂ ਦਾ ਪਿਤਾ ਸੀ ਭਿੱਖਾ, ਜਿਹਦੇ 2 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਜੀ। ਅੱਗੇ ਆ ਗਿਆ ਜੀ ਪੰਜਵਾਂ ਤੇ ਛੇਵਾਂ, ਸਲ ਤੇ ਭਲ। ਇਹ ਦੋਨਾਂ ਦੇ ਪਿਤਾ ਦਾ ਨਾਮ ਸੀ ਸੇਖਾ। ਸਲ ਦਾ ਪਿਤਾ ਵੀ ਸੇਖਾ ਤੇ ਭਲ ਦਾ ਪਿਤਾ ਵੀ ਸੇਖਾ। ਹੁਣ ਯਾਦ ਰੱਖਣਾ ਜੀ, ਇਹ ਸਲ ਸੇਖੇ ਦੇ 2 ਪੁੱਤਰ ਸੀ, ਇੱਕ ਸਲ ਤੇ ਇੱਕ ਭਲ। ਹੁਣ ਅੱਗੇ ਆ ਗਿਆ ਜੀ 10ਵਾਂ ਬਲ। ਬਲ ਦਾ ਪਿਤਾ ਸੀ ਤੋਖਾ ਜੀ। ਤੇ ਜਿਹੜੇ ਹਰਬੰਸ 11ਵੇਂ ਹੈਗੇ ਨੇ, ਇਹਨਾਂ ਦੇ ਪਿਤਾ ਦਾ ਨਾਮ ਸੀ ਗੋਖਾ। ਸੋ ਇਹ ਤਾਂ ਮੈਨੂੰ ਤਾਂ ਇਹਨਾਂ ਉਂਗਲਾਂ ਤੇ ਯਾਦ ਹੈਗੇ ਨੇ ਵੀ ਕਿਹੜੇ ਭੱਟ ਦਾ ਕਿਹੜਾ ਪਿਤਾ ਨਾਂ ਕੀ ਆ। ਮੈਨੂੰ ਤਾਂ ਇਹ ਜਵਾਨੀ ਯਾਦ ਨਹੀਂ ਜੀ, ਕਿਉਂਕਿ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਰਹਿੰਦੇ ਇੱਥੇ। ਹੁਣ ਯਾਦ ਕਰਨ ਦਾ ਸੌਖਾ ਤਰੀਕਾ ਕੀ ਆ ਵੀ ਇਹਨਾਂ ਨੇ ਕਿੰਨੇ ਕਿੰਨੇ ਸੋਏ ਉਚਾਰਨ ਕੀਤੇ ਨੇ। ਪਹਿਲਾਂ ਜੇ ਆਪਾਂ ਕਲਸਹਾਰ ਦਾ ਦੇਖ ਲਈਏ, ਇਹਨਾਂ ਨੇ ਸਭ ਤੋਂ ਵੱਧ 54 ਸਵਈਏ ਉਚਾਰਨ ਕੀਤੇ ਨੇ। ਟੋਟਲ ਸਵਈਏ 123 ਨੇ ਭੱਟਾਂ ਦੇ, 123। ਕਲਸਹਾਰ ਦੇ 54 50 4 54 ਸਵਈਏ ਕਲਸਹਾਰ ਦੇ ਨੇ। ਹੁਣ ਇਹਨੂੰ ਯਾਦ ਕਰਨ ਵਾਸਤੇ ਇਹੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ 10 ਸਵਈਏ। ਇਹਦੀ ਲਾਸਟ ਪੇਜ ਆਪਾਂ ਕੱਢ ਲਈਏ ਨਾ, ਫਿਰ ਪਤਾ ਲੱਗੂਗਾ ਜੀ ਜੇ ਡਿਸਪਲੇ ਕਰਨਾ ਜੀ। ਤੇ ਭੱਟਾਂ ਦੇ ਸਵਈਆਂ ਦਾ ਬਿਲਕੁਲ ਲਾਸਟ ਪੇਜ ਜੀ। ਕਿਤਾਬ ਸਾਰੀ ਜਿੱਥੇ ਸਾਰੇ ਸਵਈਏ ਖਤਮ ਹੋ ਜਾਂਦੇ ਨੇ ਜੀ, ਉੱਥੇ ਲਿਸਟ ਮਿਲ ਜਾਏਗੀ ਜੀ। ਜੇ ਮਿਲ ਸਕਦੀ ਹੈ ਜੀ ਡਿਸਪਲੇ ਕਰ ਦੇਣਾ। ਹਾਂਜੀ, ਕਲਸਹਾਰ ਦੇ ਤੇ ਗੁਰੂ ਨਾਨਕ ਦੇਵ ਜੀ ਨੇ 10 ਸਵਈਏ ਉਚਾਰਨ ਕੀਤੇ ਨੇ ਜੀ। ਕਲਸਹਾਰ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਦੇ ਵਿੱਚ 10 ਸਵਈਏ ਉਚਾਰਨ ਕੀਤੇ ਨੇ। ਬਾਕੀ ਕਿਸੇ ਵੀ ਭੱਟ ਨੇ ਕੋਈ ਵੀ ਸਵਈਆ ਗੁਰੂ ਨਾਨਕ ਦੇਵ ਜੀ ਦਾ ਨਹੀਂ ਉਚਾਰਨ ਕੀਤਾ। ਇਹਦਾ ਮਤਲਬ ਹੈ ਗੁਰੂ ਨਾਨਕ ਦੇਵ ਜੀ ਦੇ ਕੁੱਲ ਸਵਈਏ 10 ਹੀ ਹਨ ਜੀ। ਵੀ ਜਿਹੜਾ ਮੈਂ ਪੇਜ ਦਿੱਤਾ ਹੈਗਾ, ਉਹਦੇ ਲਾਸਟ ਪੇਜ ਦੇ ਉੱਤੇ ਵੀ ਇਹ ਲਿਸਟ ਬਣੀ ਹੋਈ ਹੈ ਜੀ। ਅੱਛਾ, ਅੱਗੇ ਹੈ ਜੀ ਗੁਰੂ ਅੰਗਦ ਦੇਵ ਜੀ ਦਾ, ਦੂਜੇ ਗੁਰੂ ਅੰਗਦ ਦੇਵ ਜੀ ਦੇ ਸਵਈਏ। ਇਹ ਵੀ ਕਲਸਹਾਰ ਨੇ 10 ਸਵਈਏ ਹੀ ਉਚਾਰਨ ਕੀਤੇ ਨੇ। ਗੁਰੂ ਨਾਨਕ ਦੇਵ ਦੇ ਵੀ 10 ਤੇ ਗੁਰੂ ਅੰਗਦ ਦੇਵ ਜੀ ਦੇ ਵੀ 10। ਕਿਸੇ ਵੀ ਹੋਰ ਭੱਟ ਨੇ ਗੁਰੂ ਅੰਗਦ ਦੇਵ ਜੀ ਦਾ ਕੋਈ ਵੀ ਸਵਈਆ ਉਚਾਰਨ ਨਹੀਂ ਕੀਤਾ। ਇਸ ਲਈ ਗੁਰੂ ਅੰਗਦ ਦੇਵ ਜੀ ਦੇ ਵੀ ਕੁੱਲ ਸਵਈਏ 10 ਹਨ। ਗੁਰੂ ਨਾਨਕ ਦੇਵ ਦੇ ਵੀ ਕੁੱਲ 10 ਸਵਈਏ ਨੇ, ਗੁਰੂ ਅੰਗਦ ਦੇਵ ਜੀ ਦੇ ਵੀ ਕੁੱਲ 10 ਸਵਈਏ ਨੇ। ਸੌਖਾ ਹੀ ਯਾਦ ਕਰਨਾ। ਅੱਗੇ ਆ ਗਿਆ ਜੀ ਤੀਜੇ ਗੁਰੂ ਅਮਰਦਾਸ ਜੀ। ਇਹਨਾਂ ਦੇ ਵਿੱਚ ਪਹਿਲੇ ਜਿਹੜੇ 6 ਭੱਟ ਨੇ, ਉਹਨਾਂ ਨੇ ਕਲਸਹਾਰ ਨੇ 9 ਤੇ ਜਾਲਪ ਨੇ 5, ਕੀਰਤ ਨੇ 4, ਭਿੱਖੇ ਨੇ 2, ਸਲ ਨੇ 1 ਤੇ ਭਲ ਨੇ 1। ਪਹਿਲੇ 6 ਭੱਟਾਂ ਨੇ 9 5 4 2 1। ਹੁਣ ਦੇਖੋ ਇਥੇ ਸੀਕੁਐਂਸ ਦੇਖੋ ਜੀ, ਘਟਦਾ ਹੀ ਜਾ ਰਿਹਾ, ਵੱਧਦਾ ਨਹੀਂ ਜਾ ਰਿਹਾ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨਾਂ ਸੀਕੁਐਂਸ ਇਸ ਤਰ੍ਹਾਂ ਰੱਖਿਆ ਭਗਤਾਂ ਦਾ ਵੀ ਇਹ ਪਹਿਲੇ ਭਗਤ ਨੇ ਜ਼ਿਆਦਾ, ਦੂਜੇ ਨੇ ਘੱਟ, ਤੀਜੇ ਨੇ ਹੋਰ ਘੱਟ, ਚੌਥੇ ਨੇ ਹੋਰ ਘੱਟ, ਪੰਜਵੇਂ ਨੇ ਹੋਰ ਘੱਟ, ਛੇਵੇਂ ਨੇ ਹੋਰ ਘੱਟ। ਬੜਾ ਸੌਖਾ ਯਾਦ ਕਰਨਾ। ਜਿਵੇਂ 5 ਤੇ 9 5 4 2 1 1। ਇਸ ਤਰ੍ਹਾਂ ਇਹਨਾਂ ਕਲਸਹਾਰ ਦੇ 9 ਸਵਈਏ, ਜਾਲਪ ਦੇ 5, ਕੀਰਤ ਦੇ 4, ਭਿੱਖੇ ਦੇ 2, ਸਲ ਦੇ 1, ਭਲ ਦਾ 1। ਬਾਕੀ ਜਿਹੜੇ ਹੈਗੇ ਨੇ ਜੀ 5 ਭੱਟ ਲਾਸਟ ਵਾਲੇ, ਇਹਨਾਂ ਨੇ ਕੋਈ ਵੀ ਗੁਰੂ ਰਾਮਦਾਸ ਜੀ ਦਾ ਸਵਈਆ ਉਚਾਰਨ ਨਹੀਂ ਕੀਤਾ। ਕੁੱਲ ਸਵਈਏ ਇਹਨਾਂ ਦੇ ਹੈਗੇ ਨੇ ਜੀ ਗੁਰੂ ਅਮਰਦਾਸ ਜੀ ਦੇ 22 ਜੀ। ਹੁਣ ਗੁਰੂ ਰਾਮਦਾਸ ਜੀ ਦੇ ਆ ਗਏ ਜੀ ਸਵਈਏ। ਕਲਸਹਾਰ ਨੇ 13 ਸਵਈਏ ਉਚਾਰਨ ਕੀਤੇ ਨੇ ਜੀ। ਫਿਰ ਦੂਜੇ ਨੇ ਨਹੀਂ ਉਚਾਰਨ ਕੀਤੇ। ਜਾਲਪ ਨੇ ਕੋਈ ਸਵਈਆ ਉਚਾਰਨ ਨਹੀਂ ਕੀਤਾ। ਅੱਗੇ ਆ ਗਿਆ ਜੀ ਕੀਰਤ। ਕੀਰਤ ਨੇ ਵੀ 4 ਸਵਈਏ ਉਚਾਰਨ ਕੀਤੇ ਨੇ ਜੀ। ਤੇ ਚੌਥਾ ਭਿੱਖਾ ਹੈਗਾ, ਉਹਨੇ ਕੋਈ ਉਚਾਰਨ ਨਹੀਂ ਕੀਤਾ ਜੀ। ਸਲ ਨੇ 2 ਉਚਾਰਨ ਕੀਤੇ ਨੇ। ਅੱਗੇ ਭਲ ਨੇ ਕੋਈ ਉਚਾਰਨ ਕੀਤਾ। ਹੁਣ ਜਿਹੜੇ ਪਹਿਲੇ 6 ਭੱਟ ਨੇ, ਇੱਕ ਨੇ ਕੀਤਾ, ਦੂਜੇ ਨੇ ਨਹੀਂ ਕੀਤਾ, 3 ਨੇ ਕੀਤਾ, ਚੌਥੇ ਨੇ ਨਹੀਂ ਕੀਤਾ, ਪੰਜਵੇਂ ਨੇ ਕੀਤਾ, ਛੇਵੇਂ ਨੇ ਨਹੀਂ ਕੀਤਾ।
मतलब ਜਿਹੜੇ ਈਵਨ ਔਡ ਨੰਬਰ ਨੇ ਉਹਨਾਂ ਨੇ ਸਵਈਏ ਉਚਾਰਨ ਕੀਤੇ ਨੇ। ਜਿਹੜੇ ਈਵਨ ਨੰਬਰ ਨੇ ਉਹਨਾਂ ਨੇ ਕੋਈ ਸਵਈਆ ਉਚਾਰਨ ਕੀਤਾ ਨਹੀਂ। ਪਹਿਲੇ 6 ਭੱਟਾਂ ਤੱਕ, ਜਿਵੇਂ ਪਹਿਲੇ ਕੀਰਤ ਦੇ 13, ਤੀਜੇ ਦੇ ਕੀਰਤ ਦੇ 4, ਸਲ ਦੇ 2 ਤੇ ਇਸ ਤੋਂ ਬਾਅਦ ਜਿਹੜੇ 7ਵਾਂ ਨਲ ਸ਼ੁਰੂ ਹੋ ਗਿਆ ਉਹਨਾਂ ਨੇ 16 ਸਵਈਏ ਉਚਾਰਨ ਕੀਤੇ ਨੇ। ਤੇ ਅੱਗੇ ਗਿਆੰਦ ਨੇ 13 ਸਵਈਏ ਉਚਾਰਨ ਕੀਤੇ ਨੇ ਤੇ ਮਥਰਾ ਨੇ 7 ਸਵਈਏ ਉਚਾਰਨ ਕੀਤੇ ਨੇ ਤੇ ਬਲ ਨੇ 5 ਸਵਈਏ ਉਚਾਰਨ ਕੀਤੇ ਨੇ। ਹਰਬੰਸ ਨੇ ਗੁਰੂ ਰਾਮਦਾਸ ਜੀ ਦਾ ਕੋਈ ਸਵਈਆ ਉਚਾਰਨ ਨਹੀਂ ਕੀਤਾ। ਇਸ ਤਰ੍ਹਾਂ ਜਦੋਂ ਇਹਨਾਂ ਸਾਰਿਆਂ ਦਾ ਆਪਾਂ ਜੋੜ ਕਰਾਂਗੇ ਇਹ ਬਣ ਜਾਂਦਾ ਜੀ 60। 13 ਜਮਾ 4 ਜਮਾ 2 ਜਮਾ 16 ਜਮਾ 13 ਜਮਾ 5 ਜਮਾ 7 ਜਮਾ 5, ਇਹ 60 ਸਵਈਏ ਹੋ ਗਏ ਗੁਰੂ ਰਾਮਦਾਸ ਜੀ ਦੇ ਜੀ। ਅੱਗੇ ਆ ਗਿਆ ਜੀ ਗੁਰੂ ਅਰਜਨ ਦੇਵ ਜੀ ਦੇ। ਕਲਸਹਾਰ ਨੇ 12 ਸਵਈਏ ਉਚਾਰਨ ਕੀਤੇ ਨੇ ਜੀ। ਗੁਰੂ ਅਰਜਨ ਦੇਵ ਜੀ ਦੇ 12 ਸਵਈਏ ਉਚਾਰਨ ਕੀਤੇ ਨੇ। ਅੱਗੇ ਦੇਖੋ ਜੀ ਮਥੁਰਾ ਨੇ ਗੁਰੂ ਰਾਮਦਾਸ ਜੀ ਦੇ 7 ਸਵਈਏ ਉਚਾਰਨ ਕੀਤੇ ਸੀਗੇ ਤੇ ਗੁਰੂ ਅਰਜਨ ਦੇਵ ਜੀ ਦੇ ਵੀ 7 ਉਚਾਰਨ ਕਰ ਦਿੱਤੇ ਤੇ 7 ਤੇ 7 14 ਸਵਈਏ ਇਹਨਾਂ ਦੇ ਬਣ ਗਏ। ਅੱਗੇ ਬਲ ਹੈਗਾ ਜਿਹੜਾ, ਇਹਨਾਂ ਨੇ 5 ਸਵਈਏ ਗੁਰੂ ਰਾਮਦਾਸ ਜੀ ਦੇ ਉਚਾਰੇ ਨੇ। ਗੁਰੂ ਅਰਜਨ ਦੇਵ ਜੀ ਦਾ ਕੋਈ ਸਵਈਆ ਉਚਾਰਨ ਨਹੀਂ ਕੀਤਾ। ਤੇ ਲਾਸਟ ਦੇ ਵਿੱਚ ਜਿਹੜੇ ਹਰਬੰਸ ਜੀ ਹੈਗੇ ਨੇ ਉਹਨਾਂ ਨੇ ਸਿਰਫ ਗੁਰੂ ਅਰਜਨ ਦੇਵ ਜੀ ਦੇ 2 ਸਵਈਏ ਉਚਾਰਨ ਕੀਤੇ ਨੇ। ਇਸ ਤਰ੍ਹਾਂ ਕਲਸਹਾਰ ਦੇ 12, ਮਥੁਰਾ ਦੇ 7, ਹਰਬੰਸ ਦੇ 2, ਇਹ ਬਣ ਗਏ ਜੀ ਸਾਰੇ ਮਿਲਾ ਕੇ ਟੋਟਲ 21। ਜੇ ਆਪਾਂ ਸਾਰਿਆਂ ਦਾ ਟੋਟਲ ਜੋੜ ਕਰੀਏ ਤਾਂ ਜੀ ਕਲਸਹਾਰ ਦੇ ਬਣ ਗਏ 54, ਜਾਲਪ ਦੇ ਬਣ ਗਏ 5, ਕੀਰਤ ਦੇ ਬਣ ਗਏ 8, ਭਿੱਖੇ ਦੇ ਬਣ ਗਏ 2, ਸਲ ਦੇ ਬਣ ਗਏ 3, ਭਲ ਦਾ ਬਣ ਗਿਆ 1, ਨਲ ਦੇ 16, ਗਿਆੰਦ ਦੇ 13, ਮਥੁਰਾ ਦੇ 14 ਤੇ ਬਲ ਦੇ 5, ਹਰਬੰਸ ਦੇ 2। ਸਿਰਫ ਇਹਨਾਂ ਵਿੱਚੋਂ ਇੱਕ ਬਲ ਭੱਟ ਹੈਗਾ ਇਹ ਇੱਕ, ਜਿਨ੍ਹਾਂ ਨੇ ਸਿਰਫ ਇੱਕੋ ਹੀ ਸਵਈਆ ਉਚਾਰਨ ਕੀਤਾ, ਉਹ ਵੀ ਗੁਰੂ ਅਮਰਦਾਸ ਜੀ ਦਾ ਜੀ। ਇਸ ਤਰ੍ਹਾਂ ਜਦੋਂ ਆਪਾਂ ਸਾਰਿਆਂ ਨੂੰ ਟੋਟਲ ਕਰ ਲਾਂਗੇ ਇਹ ਬਣ ਗਏ ਜੀ 123 ਸਵਈਏ। ਤੇ ਗੁਰੂ ਅਰਜਨ ਦੇਵ ਜੀ ਦੇ 20 ਸਵਈਏ ਹੈਗੇ ਨੇ ਤੇ ਉਹ ਵੱਖਰੇ ਹੈਗੇ ਨੇ। ਜੇ 20 ਸਵਈਏ ਉਹ ਤੇ 123 ਸਵਈਏ ਇਹ ਟੋਟਲ ਸਵਈਏ ਬਣ ਗਏ ਜੀ 143, 143। ਇਹ ਭੱਟਾਂ ਦੇ ਸਵਈਆਂ ਦਾ ਵੇਰਵਾ ਹੈਗਾ। ਇਹ ਤਕਰੀਬਨ ਸਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਜਦੋਂ ਕਿਤੇ ਕੰਪੀਟੀਸ਼ਨ ਹੁੰਦਾ ਨਾ ਉਦੋਂ ਫਿਰ ਕਈ ਵਾਰੀ ਇਦਾਂ ਕੁਐਸਚਨ ਪੁੱਛ ਲੈਂਦੇ ਨੇ, ਤੁਸੀਂ ਕਲਸਹਾਰ ਦੇ ਕਿੰਨੇ ਸਵਈਏ ਨੇ, ਜਾਲਪ ਦੇ ਕਿੰਨੇ ਨੇ, ਕੀਰਤ ਦੇ ਕਿੰਨੇ ਨੇ। ਉਹ ਫਿਰ ਇਹ ਤਦੇ ਪਤਾ ਸਾਨੂੰ ਨੌਲੇਜ ਵੀ ਹੋਣੀ ਚਾਹੀਦੀ ਹੈ ਵੀ ਇਹਨਾਂ ਦੇ ਸਵਈਏ ਕਿੰਨੇ ਕਿੰਨੇ ਹੈਗੇ ਨੇ, ਕਿਸ ਹਿਸਾਬ ਨਾਲ ਜੀ। ਹੁਣ ਇਸ ਤੋਂ ਬਾਅਦ ਜੀ ਆਪਾਂ ਸਵਈਆਂ ਦਾ ਪਾਠ ਸ਼ੁਰੂ ਕਰਨ ਲੱਗੇ ਹਾਂ ਜੀ। ਜ਼ਿਆਦਾ ਆਪਾਂ ਨੇ ਵਿਆਖਿਆ ਨਹੀਂ ਕਰਨੀ ਹੈਗੀ, ਥੋੜੀ ਥੋੜੀ ਕਰਾਂਗੇ ਜੀ। ਸਭ ਤੋਂ ਪਹਿਲਾਂ ਹਾਂਜੀ ਭੱਟਾਂ ਦੇ ਸਵਈਆਂ ਤੋਂ ਪਹਿਲਾਂ ਨੇ ਜੀ ਗੁਰੂ ਅਰਜਨ ਦੇਵ ਜੀ ਦੇ ਸਵਈਏ ਨੇ ਜੀ। ਇਹਨਾਂ ਸਵਈਆਂ ਦੇ ਵਿੱਚ ਮੁੱਖ ਹੈਗਾ ਜੀ ਸਵਈਏ ਸ੍ਰੀ ਮੁਖਵਾਕ ਮਹੱਲਾ 5ਵਾਂ। ਹੁਣ ਇੱਥੇ ਸੱਸਾ ਵਾਵਾ ਯਈਏ ਨੂੰ ਲਾਵਾਂ ਲੱਗੀਆਂ ਹੋਈਆਂ ਨੇ, ਇਹਦਾ ਆਪਾਂ ਨੇ ਉਚਾਰਨ ਕਿੱਦਾਂ ਕਰਨਾ। ਇਹ ਬਣ ਗਏ ਜੀ ਸੱਸਾ ਵਾਵਾ ਯਈਏ ਨੂੰ ਲਾਂ ਸਵਈਏ। ਹੁਣ ਆਪਾਂ ਸਵਈਏ ਕਿਉਂ ਕਿਹਾ, ਇਹਦਾ ਜਵਾਬ ਸਾਨੂੰ ਗੁਰਬਾਣੀ ਵਿੱਚੋਂ ਹੀ ਮਿਲ ਜਾਏਗਾ। ਜਦੋਂ ਅਸੀਂ ਭੱਟਾਂ ਦੇ ਸਵਈਏ ਪੜਾਂਗੇ ਹਾਂਜੀ, ਸਵਈਏ ਮਹੱਲੇ ਪਹਿਲੇ ਕੇ, ਉੱਥੇ ਇਹ ਲਿਖਿਆ ਹੋਇਆ ਸੱਸਾ ਵਾਵਾ ਈੜੀ ਨੂੰ ਬਿਹਾਰੀ ਈੜੀ ਨੂੰ ਲਾਂ ਸਵਈਏ। ਉੱਥੋਂ ਸਾਨੂੰ ਸੇਧ ਮਿਲ ਜਾਂਦੀ ਹੈ। ਇਹ ਜਿਹੜਾ ਜਈਆ ਹੈਗਾ ਨਾ ਇੱਥੇ ਜਈਏ ਨੂੰ ਲਾਵਾਂ, ਇਹ ਸਵਰ ਕਰਕੇ ਆਇਆ। ਇਹਦੇ ਕਾਫੀ ਨਿਯਮ ਨੇ। ਕਈ ਵਾਰੀ ਇਹ ਵਿੱਚ ਆੜੇ ਵਿੱਚ ਬਦਲ ਜਾਂਦਾ, ਕਈ ਵਾਰੀ ਈਆ ਵਿੱਚ ਬਦਲ ਜਾਂਦਾ, ਕਈ ਵਾਰੀ ਏਆ ਵਿੱਚ ਬਦਲ ਜਾਂਦਾ, ਕਈ ਵਾਰੀ ਊ ਵਿੱਚ ਬਦਲ ਜਾਂਦਾ, ਕਈ ਵਾਰੀ ਓ ਵਿੱਚ ਬਦਲ ਜਾਂਦਾ। ਇਹ ਨਿਯਮ ਕਾਫੀ ਹੈਗੇ ਨੇ ਜ਼ਿਆਦਾ। ਪਰ ਇੱਥੇ ਜਿਹੜਾ ਨਿਯਮ ਹੈਗਾ ਵੀ ਇਹ ਲਾਂ ਹੈਗੀ ਹੈ ਜਿਹੜੀ ਉਹ ਈਏ ਵਿੱਚ ਜਾਂ ਈਏ ਵਿੱਚ ਬਦਲ ਜਾਂਦੀ ਆ ਜੀ। ਹੁਣ ਇੱਥੇ ਭੱਟਾਂ ਦੇ ਸਵਈਆਂ ਵਿੱਚ ਇਹ ਲਿਖਿਆ ਹੋਇਆ ਸੱਸਾ ਵਾਵਾ ਈੜੀ ਨੂੰ ਲਾਂ ਈੜੀ ਨੂੰ ਲਾਂ, ਈੜੀ ਨੂੰ ਸਿਹਾਰੀ ਈੜੀ ਨੂੰ ਲਾਂ, ਇਹ ਬਣ ਗਏ ਸਵਈਏ। ਇੱਥੇ ਵੀ ਅਸੀਂ ਜਿਹੜਾ ਇਹ ਆ ਨਾ ਇਸ ਨੂੰ ਸਵਈਏ ਉਸੇ ਮਤਲਬ ਉਦਾਂ ਹੀ ਬੋਲਾਂਗੇ ਜੀ। ਸਵਈਏ ਸ੍ਰੀ ਮੁਖਵਾਕ ਮਹੱਲਾ 5ਵਾਂ। ਇਸ ਤੋਂ ਪਹਿਲਾਂ
मूल मंत्र का पाठ हैगा जी। ते ये मूल मंत्र बारे भी आप थोड़ा देख लीए जी। एक ओंकार सतनाम करता पुरख निरभौ निर्वैर अकाल मूर्त अजूनी सैभं गुर प्रसाद। ये सिक्खी का मूल मंत्र है जी। मूल मंत्र का अर्थ होंदा है मुढ़ला उपदेश। इस दे अर्थ हैं एक, अकाल पुरख एक है। सौखे अर्थ ने। एक का मतलब इनू एक नहीं पढ़ना, एक पढ़ना। अकाल पुरख एक है। ओंकार वो सारी सृष्टि विच एक रस व्यापक है जी। सतनाम उसका नाम सदीवी होंद वाला है। करता पुरख वो सारी सृष्टि नू पैदा करने वाला अते उस विच व्यापक है। सृष्टि पैदा करके उसदे विच हाजर नाजर है जी। निरभौ वो डर तो रहत है। ये अकाल पुरख की डेफिनेशन दसी है जी, उसदे गुण दसे हुए ने। निर्वैर वो वैर तो रहत है। अकाल मूर्त उसका स्वरूप, मूर्त का मतलब स्वरूप हस्ती, उसका स्वरूप काल तो परे है। भाव उस उत्ते काल का कोई असर नहीं। वो बचपन जवानी बुढ़ेपा मौत तो परे है। मतलब ना उन्होंने जवानी आवे, ना बचपन आवे, ना बुढ़ेपा आवे, ना मौत आवे। वो सदा एक रस हमेशा है। अजूनी वो जूना बिच नहीं आउंदा, जमदा मरदा नहीं हैगा, ओदा कोई पिता नहीं हैगा, ओदा कोई माता नहीं हैगा। अजूनी सैभं उसकी होंद, उसका प्रकाश अपने आप तो होया है जी। गुरप्रसाद अजिहे स्वरूप वाला परमात्मा सतगुरु सतगुरु की कृपा नाल मिलता है। यह मूल मंत्र है जी। कोई भी बाणी शुरू करने तो पहला ये मूल मंत्र जरूर लिखा होया, किते शॉर्टकट किते पूरा डिटेल दे विच। हुण आपां इस सवैये महला पंजवें दे शुरू करन लगे हां। इहदे विच आपां ने सब तो वड्डी गल इह है भी आपां ने विश्राम का जरूर ध्यान रखना। सब तो वड्डी गल इह है, जे साडा विश्राम सही होएगा तो सानूं अर्थ बहुत जल्दी समझ आ जाएंगे। सब तो वड्डी गल यही है विश्राम की। जे विश्राम साडा गलत हो गया फिर अर्थ का अनर्थ हो जाएगा। बाकी गल्लां भी जरूरी ने, लेकिन अर्थ की गल बहुत ही ज़्यादा, सब तो ज़्यादा इंपॉर्टेंट विश्राम की है जी। हुण अगे जी आपां शुरू करन लगे जी। आद पुरख करतार करन कारण सब आपे सर्व रहो भरपूर सगल घट रहो व्यापे। व्याप्त देखिए जगत जाने कौन तेरी गत सर्व की रक्षा करे आपे हर पत अविनाशी अविगत आपे आप उत्पत एक है तू ही एक है आन नाही तुम पत हर अंत नाही पारावार कौन है करे विचार जगत पिता है सर्व प्राण को आधार जन नानक भगत दर तुल ब्रह्म संसर एक जी क्या बखाने हाँ के बल बल सद बलिहार। इसे पहला सवैया खत्म होंदा जी। हुण इहदे बारे पर थोड़ी उच्चारण बारे भी ते थोड़ा जिहा शब्द विचार बारे भी आपां थोड़ी विचार कर लीए। आद पुरख करतार, पुरख का मतलब है सर्व व्यापक, जो हर एक थां दे उत्ते रमिया होवे। करण कारण, करण का कारण मतलब सृष्टि का मुढ़। भरपूर का मतलब व्यापक। सगल घट मैंने सारिया घटां विच, सारियां दे हिरदियां विच। रेहो व्यापे मैंने व्याप रहा है, वस रहा है, पसर रहा है, हाजर नाजर है जी। हुण इहदे अर्थ बन जाते ने आद पुरख करतार। करतार का मतलब है करतार का रारा मुक्ता। इसके इसलिए अर्थ बन गए हे करतार।
हे आद आद मैंने हे आद पुरख, हे करतार, ਕਰਨ ਕਾਰਨ ਸਭ ਆਪੇ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹੈ। ਮਤਲਬ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਤੂੰ ਆਪ ਹੀ ਹੈ ਜੀ। ਸਰਬ ਰਹੋ ਭਰਪੂਰ, ਤੂੰ ਸਭਨੀ ਥਾਈ ਭਰਪੂਰ ਹੈ, ਮਤਲਬ ਸਭ ਥਾਈ ਹਾਜ਼ਰ ਹੈ। ਭਾਵ ਕੋਈ ਵੀ ਥਾਂ ਐਸਾ ਨਹੀਂ ਜਿੱਥੇ ਤੂੰ ਨਾ ਹੋਵੇਂ ਜੀ। ਸਰਬ ਘਟ ਰਹੋ ਵਿਆਪੇ, ਸਰਬ ਘਟ ਦਾ ਮਤਲਬ ਸਾਰੇ ਸਰੀਰਾਂ ਵਿੱਚ, ਤੂੰ ਸਾਰੇ ਸਰੀਰਾਂ ਵਿੱਚ ਮੌਜੂਦ ਹੈ। ਤੇ ਵਿਆਪਤ ਦੇਖੀਏ ਜਗਤ, ਜਾਣੇ ਕੌਣ ਤੇਰੀ ਗਤ, ਸਰਬ ਕੀ ਰੱਖਿਆ ਕਰੈ, ਆਪੇ ਹਰ ਪਤ। ਦੇਖੀ ਦਾ ਮਤਲਬ ਦੇਖੀ ਦਾ ਹੈ, ਜਗਤ ਦੇ ਤੱਤੇ ਨੂੰ ਸਿਹਾਰੀ ਹੈ। ਇਹਦਾ ਮਤਲਬ ਹੈ ਜਗਤ ਵਿੱਚ, ਸੰਸਾਰ ਵਿੱਚ। ਪਤ ਮੈਨੇ ਮਾਲਕ ਜੀ। ਹੁਣ ਅਰਥ ਬਣ ਜਾਂਦੇ ਨੇ ਆਪੇ ਹਰ ਪਤ। ਇਹਦੇ ਇਸ ਪੰਕਤੀ ਦੇ ਅਰਥ ਪਹਿਲਾਂ ਲਈਏ, ਹੇ ਸਭ ਦੇ ਮਾਲਕ ਅਕਾਲ ਪੁਰਖ ਜੀ। ਹਰ ਮੈਨੇ ਪ੍ਰਮਾਤਮਾ, ਪਤ ਮੈਨੇ ਪਤੀ। ਹੇ ਮਾਲਕ ਅਕਾਲ ਪੁਰਖ, ਵਿਆਪਤ ਦੇਖੀਏ ਜਗਤ, ਤੂੰ ਸਾਰੇ ਜਗਤ ਵਿੱਚ ਪਸਰਿਆ ਹੋਇਆ ਦਿਸ ਰਿਹਾ ਹੈ ਜੀ। ਕੌਣ ਜਾਣੇ ਕੌਣ ਤੇਰੀ ਗਤ, ਕੌਣ ਜਾਣਦਾ ਹੈ ਤੂੰ ਕਿਹੋ ਜਿਹਾ ਹੈ। ਤੇਰੀ ਗਤ ਕੋਈ ਨਹੀਂ ਜਾਣ ਸਕਦਾ, ਤੇਰਾ ਅੰਤ ਪਾਰਾਵਾਰ ਕੋਈ ਨਹੀਂ ਪਾ ਸਕਦਾ ਜੀ। ਸਰਬ ਕੀ ਰੱਖਿਆ ਕਰੈ, ਤੂੰ ਸਾਰਿਆਂ ਦੀ ਰੱਖਿਆ ਕਰਦਾ ਹੈ, ਤੂੰ ਸਭ ਨੂੰ ਪਾਲਦਾ ਹੈ ਜੀ। ਤੇ ਅੱਗੇ ਆ ਗਿਆ ਜੀ ਅਬਨਾਸੀ ਅਵਿਕਤ। ਇਹਨੂੰ ਅਵਗਤ ਨਹੀਂ ਪੜਨਾ, ਜੇ ਅਵਗਤ ਪੜਾਂਗੇ ਫਿਰ ਬਣ ਗਿਆ ਭੈੜੀ ਹਾਲਤ, ਮੰਦੀ ਹਾਲਤ। ਇੱਥੇ ਜਿੱਥੇ ਵੀ ਅਵਗਤ ਪ੍ਰਮਾਤਮਾ ਵਾਸਤੇ ਆਵੇ, ਉਹ ਆੜਾ ਅਗੇਤਰ, ਆੜੇ ਤੇ ਵਿਸਰਾਮ ਲਾ ਕੇ ਹਲਕਾ ਜਾ। ਵਿਗਤ ਮੈਨੇ ਵਿਅਕਤੀ, ਵਿਅਕਤੀ ਮਤਲਬ ਪੰਜਾਂ ਤੱਤਾਂ ਤੋਂ ਬਣਿਆ ਹੋਇਆ। ਆ ਵਿਗਤ ਮੈਨੇ ਜਿਹੜਾ ਪੰਜਾਂ ਤੱਤਾਂ ਤੋਂ ਨਾ ਬਣਿਆ ਹੋਵੇ, ਜਿਹੜਾ ਜਮਨ ਮਰਚਨ ਨਾ ਹੋਵੇ। ਮਤਲਬ ਇਹ ਸ਼ਬਦ ਹਮੇਸ਼ਾ ਜੇ ਪ੍ਰਮਾਤਮਾ ਵਾਸਤੇ ਆਇਆ ਤਾਂ ਆੜੇ ਤੋਂ ਆੜੇ ਤੇ ਹਲਕਾ ਜਿਹਾ ਵਿਸਰਾਮ ਦੇ ਕੇ ਅਵਿਗਤ ਪਾਠ ਕਰਨਾ ਜੀ। ਚਾਹੇ ਵਾਵੇ ਨਾਲ ਹੋਵੇ, ਚਾਹੇ ਬੱਬੇ ਨਾਲ ਹੋਵੇ, ਉਹ ਗੱਲ ਵੱਖਰੀ ਹੈ। ਕਿਉਂਕਿ ਹਿੰਦੀ ਵਿੱਚ ਬੱਬਾ ਲੱਗਦਾ, ਪੰਜਾਬੀ ਵਿੱਚ ਵਾਵਾ ਲੱਗਦਾ ਕਈ ਅੱਖਰਾਂ ਨੂੰ। ਅਵਨਾਸੀ, ਅਵਗਤ, ਅਵਿਗਤ, ਆਪੇ ਆਪ ਉਤਪਤ, ਏਕੈ ਤੂੰ ਹੀ ਏਕੈ, ਆਨਾ ਹੀ ਤੁਮ ਪਤ। ਅਬਨਾਸੀ ਦਾ ਮਤਲਬ ਹੁੰਦਾ ਨਾ ਨਾਸ਼ ਹੋਣ ਵਾਲਾ। ਅਵਿਗਤ ਦਾ ਮਤਲਬ ਹੈ ਜੋ ਵਿਅਕਤੀ ਜੋ ਵਿਅਕਤੀ ਤੋਂ ਰਹਿਤ ਹੋਵੇ, ਸਰੀਰ ਤੋਂ ਰਹਿਤ ਹੋਵੇ, ਇਹਨਾਂ ਅੱਖਾਂ ਨਾਲ ਨਾ ਦਿਖਦਾ ਹੋਵੇ। ਆਪੇ ਆਪ, ਆਪਣੇ ਆਪ ਤੋਂ। ਉਤਪਤ ਪਦਾਇਸ਼, ਅਣਮਿਨੇ ਕੋਈ ਹੋਰ। ਤੁਮ ਭਤ ਮੈਨੇ ਵਰਗਾ, ਤੇਰੇ ਵਰਗਾ। ਹੁਣ ਇਹਦੇ ਅਰਥ ਬਣ ਗਏ ਅਬਨਾਸੀ ਅਵਿਗਤ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਦੇ ਨਾਸ ਹੋਣ ਵਾਲਾ ਨਹੀਂ ਹੈ। ਅਵਿਗਤ, ਤੂੰ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਆਪੇ ਆਪ ਉਤਪਤ, ਤੇਰੀ ਉਤਪਤੀ ਤੇਰੇ ਆਪਣੇ ਤੋਂ ਹੀ ਹੈ, ਤੈਨੂੰ ਬਣਾਉਣ ਵਾਲਾ ਕੋਈ ਨਹੀਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਵੀ ਤੇਰੀ ਉਤਪਤੀ ਤੇਰੇ ਆਪਣੇ ਆਪ ਤੋਂ ਹੀ ਹੈ ਜੀ। ਅੱਗੇ ਆ ਗਿਆ ਆਨ ਨਾਹੀ ਏਕੈ ਤੂੰ ਹੀ ਏਕੈ, ਆਨ ਨਾਹੀ ਤੁਮ ਪਤ। ਤੂੰ ਕੇਵਲ ਇੱਕੋ ਇੱਕ ਹੀ ਹੈ, ਤੇਰੇ ਵਰਗਾ ਹੋਰ ਕੋਈ ਨਹੀਂ। ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਵੀ ਨਹੀਂ ਹੈ। ਇਹ ਸਾਰੀ ਗੁਰਬਾਣੀ ਵਿੱਚ ਇਹੀ ਸਿਧਾਂਤ ਚੱਲਿਆ ਆ ਰਿਹਾ ਵੀ ਪਰਮਾਤਮਾ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ ਹੈਗਾ। ਇਹੀ ਭੱਟ ਕਹਿ ਰਹੇ ਨੇ। ਦੱਸੋ ਜੀ, ਗੁਰੂ ਸਾਹਿਬ ਦੇ ਸਿਧਾਂਤਾਂ ਤੇ ਭੱਟਾਂ ਦੇ ਸਿਧਾਂਤਾਂ ਵਿੱਚ ਕੀ ਫਰਕ ਹੈ? ਇਹ ਤਾਂ ਗੁਰੂ ਅਰਜਨ ਦੇਵ ਦੇ ਹੈਗੇ ਨੇ। ਹੁਣ ਅਗਲਾ ਹੈ ਸਵਈਆ, ਹਰ ਅੰਤ ਨਹੀਂ ਪਾਰਾਵਾਰ, ਕੌਣ ਹੈ ਕਰੇ ਵਿਚਾਰ। जगत पिता है प्राण, सर्व प्राण को आधार। ਹੁਣ ਪਾਰਾਵਾਰ ਦਾ ਮਤਲਬ ਹੁੰਦਾ ਉਰਲਾ ਪਾਸਾ, ਪਰਲਾ ਪਾਸਾ, ਹੱਦ ਬੰਨਾ। ਮਤਲਬ ਪ੍ਰਾਣ, ਸਰਵ ਪ੍ਰਾਣ ਕੋ, ਸਾਰੇ ਪ੍ਰਾਣੀਆਂ ਦਾ। ਪ੍ਰਾਣ ਮੈਨੇ ਪ੍ਰਾਣੀ, ਸਰਵ ਮੈਨੇ ਸਾਰੇ, ਆਧਾਰ ਮੈਨੇ ਆਸਰਾ।
अर्थ है हर अंत नहीं पारावार, हरि दा अंत ते हद्दा बन्ना नहीं पाया जा सकता जी। कौन है करे विचार, कौन मनुख है जो उसके हद बन्ने नूं लभण दी विचार कर सकता है, मतलब कोई भी नहीं है। जगत पिता है सर्व प्राण को आधार, जगत पिता है जी। हरि सारे जगत का पिता है, मतलब सारे जगत नूं बनाउण वाला है जी। ਅਤੇ ਸਰਬ ਪ੍ਰਾਣ ਕੋ ਆਧਾਰ, ਆਧਾਰ ਹੁੰਦਾ ਆਸਰਾ, ਸਾਰੇ ਜੀਆਂ ਦਾ ਆਸਰਾ ਹੈ। ਅੱਗੇ ਹੈਗਾ ਜਨ ਨਾਨਕ ਭਗਤ ਦਰ ਤੁਲ ब्रह्म संसर, एक जी क्या बखाने, हाँ के बल बल सद बल 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 सद बलिहार। ये आगे जी दर मैंने दर ते अकाल पुरख दे दरवाजे ते, तुल मैंने प्रवान, ब्रह्म संसर मैंने अकाल पुरख दे समान, अकाल पुरख दे बराबर। अकाल पुरख का मतलब रूप, जी मैंने जीव, बखाने मैंने कह सकती है, बल मैंने सद के, सद मैंने सदा। हुण इहदा बन गया जन नानक भगत, हरि दा भगत जी, भगत मैंने हरि दा भगत, सेवक गुरु नानक। हुण इत्थे गुरु नानक साहब जी उस्तत करी गई है। हरि दा भगत सेवक गुरु नानक हरि दे दर ते प्रवान होया है। दल तुल का मतलब है परमात्मा दे दर दे उत्ते गुरु नानक देव जी प्रवान होए हन जी। ब्रह्म संसर, संसर मैंने बराबर, ब्रह्म मैंने अकाल पुरख वाहिगुरु, ते हरि वर्गा है, गुरु नानक हरि वर्गा है। हर जन हर दू एक है, बिब विचार कुछ ना है। हरि ते हरि दे भगत विच कोई अंतर नहीं हैगा जी। अगे है एक जी क्या बखाने, मेरी एक जीव गुरु नानक देव जी दे की कथन कर सकती है। मतलब ਉਹਦੇ ਗੁਣ ਗੁਰੂ ਨਾਨਕ ਸਾਹਿਬ ਜੀ ਦੇ ਵਰਣਨ ਨਹੀਂ ਕੀਤੇ ਜਾ ਸਕਦੇ। ਹਾਂ ਕੇ ਬਲ ਬਲ ਸਦ ਬਲ ਸਦ ਬਲਿਹਾਰ, ਮੈਂ ਗੁਰੂ ਨਾਨਕ ਤੋਂ ਸਦਕੇ ਹਾਂ ਜੀ, ਸਦਕੇ ਹਾਂ, ਸਦਾ ਸਦਕੇ ਹਾਂ। ਤੇ ਇਥੇ ਜੀ ਹਾਂ ਕੇ ਜਿਹੜਾ ਹੈਗਾ ਸਵਈਆਂ ਦੀ ਟੇਕ ਵਾਸਤੇ ਵਰਤਿਆ ਗਿਆ, ਇਹਦਾ ਅਰਥ ਇੱਥੇ ਨਹੀਂ ਆਉਂਦਾ ਹੈ ਕੋਈ। ਹੁਣ ਇੱਕ ਆਪਾਂ ਸਵਈਆ ਹੋਰ ਕਰ ਲਈਏ ਜੀ। ਅੰਮ੍ਰਿਤ ਪ੍ਰਵਾਹ ਸਰ ਅਤੁੱਲ ਭੰਡਾਰ ਭਰ, ਪਰੇ ਹੀ ਤੇ ਪਰੈ ਅਪਰ ਅਪਾਰ ਪਰ, ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਰ, ਓਪਤ ਪਰਲੋ ਏਕੈ ਨਿਮਖ ਤੋ ਘਰ, ਆਨ ਨਹੀਂ ਸੰਸਾਰ उजियारो निर्मर, कोट प्राशत जाहे नाम लिए हर हर, जन नानक भगत दर तुल ब्रह्म संसर, एक जी क्या बखाने, हाँ के बल 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 सद बलिहार। इथे दूजा सवैया खत्म होंदा जी। अमृत प्रवाह सर, अमृत का मतलब है आत्मक जीवन देने वाला नाम जल। प्रवाह का मतलब होता झरने बहन, चश्मे, चश्मे भी कह सकते हैं। सर मैंने सरे चलते हैं। अतुल, तुल मैंने तोलना, अतुल मैंने जो ना तोले जा सकन। भंडार मैंने खजाने, भर मैंने भरे पे हैं। अपर अपार मैंने बेअंत। अर्थ बन गए जी अमृत प्रवाह सर, हे अकाल पुरख तैथों अमृत दे प्रवाह चल रहे हैं जी। अतुल भंडार पर, ना तुल सकन वाले तेरे खजाने भरे पे हैं। अतुल ना तुलन वाले, भंडार भर भंडारे भरे पे हैं जी। परे ही ते परै, परै ही ते परै अपर अपार पर, तू परे तो परे है, तू बेअंत है। अगे आप
ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਧਰ ਉਹ ਪਤ ਪਰ ਲਓ ਏਕੈ ਨਿਮਖ ਤੋ ਕਰ। ਭਾਵਨ ਦਾ ਮਤਲਬ ਹੁੰਦਾ ਮਰਜ਼ੀ, ਕਰ ਮੈਨੇ ਕਰਦਾ ਹੈ, ਮੰਤਰ ਮੈਨੇ ਮੰਤਰ ਵਿੱਚ ਸਲਾਹ ਵਿੱਚ, ਦੂਸਰੋ ਕਿਸੇ ਹੋਰ ਨੂੰ, ਨਾ ਧਰ ਨਹੀਂ ਧਰਦਾ ਤੂੰ ਨਹੀਂ ਲਿਆਉਂਦਾ। ਉਹ ਪਤ ਮੈਨੇ ਜਗਤ ਦੀ ਉਤਪਤੀ, ਪਰਲੋਂ ਮੈਨੇ ਜਗਤ ਦਾ ਨਾਸ, ਏਕੇ ਨਿਮਖ ਮੈਨੇ ਇੱਕ ਨਿਮਖ ਵਿੱਚ। ਇਸ ਬਹੁਤ ਘੱਟ ਸਮਾਂ ਹੁੰਦਾ, ਅੱਖ ਝਮਕਣ ਜਿੰਨਾ ਸਮਾਂ ਹੁੰਦਾ ਉਹਨੂੰ ਨਿਮਖ ਕਹਿੰਦੇ ਨੇ। ਇੱਕ ਨਿਮਖ ਵਿੱਚ, ਅੱਖ ਦੇ ਫੋਰ ਵਿੱਚ। ਤੂੰ ਮੈਨੇ ਤੇਰੇ, ਘਰ ਮੈਨੇ ਘੱਗੇ ਨੂੰ ਰਾਜੇ ਨੂੰ ਸਿਆਰੀ ਹੈਗੀ ਆ, ਇਹਨੂੰ ਘਰ ਪੜਾਂਗੇ, ਘਰ ਵਿੱਚ। ਅਰਥ ਬਣ ਗਏ ਜੀ, ਆਪਣੋ ਭਾਵਨ ਕਰ, ਤੂੰ ਆਪਣੀ ਮਰਜ਼ੀ ਕਰਦਾ ਹੈ, ਕਿਸੇ ਹੋਰ ਨੂੰ ਆਪਣੀ ਸਲਾਹ ਵਿੱਚ ਨਹੀਂ ਲਿਆਉਂਦਾ। ਮੰਤਰ ਨਾ ਦੂਸਰੋ ਧਰ, ਤੂੰ ਕਿਸੇ ਹੋਰ ਨੂੰ ਆਪਣੀ ਸਲਾਹ ਵਿੱਚ ਨਹੀਂ ਲਿਆਉਂਦਾ। ਭਾਵ ਤੂੰ ਕਿਸੇ ਹੋਰ ਨਾਲ ਸਲਾਹ ਨਹੀਂ ਕਰਦਾ, ਕਿਸੇ ਦੀ ਹੋਰ ਦੀ ਸਲਾਹ ਦੇ ਉੱਤੇ ਤੂੰ ਨਹੀਂ ਚੱਲਦਾ, ਤੂੰ ਆਪਣੀ ਮਰਜ਼ੀ ਕਰਦਾ ਹੈ ਜੀ। ਉਹ ਪਤ ਪਰਲੋ ਏਕੈ ਨਿਮਖ ਤੋ ਕਰ ਮੈਨੇ ਤੇਰੇ ਘਰ ਵਿੱਚ, ਮਤਲਬ ਤੇਰੇ ਹੁਕਮ ਵਿੱਚ ਜਗਤ ਦੀ ਪੈਦਾਇਸ਼ ਅਤੇ ਅੰਤ ਅੱਖ ਦੇ ਇੱਕ ਫੋਰ ਵਿੱਚ ਹੋ ਜਾਂਦੇ ਹਨ। ਮਤਲਬ ਇੱਕ ਮਿੰਟ ਦੇ ਵਿੱਚ ਪੈਦਾਇਸ਼ ਵੀ ਹੋ ਜਾਂਦੀ ਹੈ ਤੇ ਅੰਤ ਵੀ ਸੰਸਾਰ ਦਾ ਹੋ ਜਾਂਦਾ ਜੀ। ਅੰਤ ਨਹੀਂ ਆਣ ਨਹੀਂ ਸੰਸਾਰ, ਉਜਿਆਰੋ ਨਿਰਮਰ, ਕੋਟ ਪ੍ਰਸ ਜਾਹੇ ਨਾਮ ਲਿਏ ਹਰ ਹਰ। ਆਣ ਮੈਨੇ ਕੋਈ ਹੋਰ, ਸੰਸਰ ਮੈਨੇ ਬਰਾਬਰ, ਸਮਾਨ, ਵਰਗਾ, ਉਜਿਆਰੋ ਮੈਨੇ ਪ੍ਰਕਾਸ਼, ਚਾਨਣਾ, ਨਿਰਮਲ ਮੈਨੇ ਨਿਰਮਲ, ਸਾਫ, ਤੇ ਕੋਟ ਮੈਨੇ ਕਰੋੜਾਂ, ਪ੍ਰਾਸ਼ਨ ਮੈਨੇ ਪਾਪ, ਜਾਹੇ ਮੈਨੇ ਦੂਰ ਹੋ ਜਾਂਦੇ ਹਨ। ਅੱਗੇ ਆ ਜਾਂਦਾ ਜੀ, ਆਨ ਨਹੀਂ ਸੰਸਾਰ, ਕੋਈ ਹੋਰ ਹਰੀ ਵਰਗਾ ਨਹੀਂ ਹੈ, ਉਸ ਦਾ ਨਿਰਮਲ ਚਾਨਣਾ ਹੈ ਜੀ। ਉਜਿਆਰੋ, ਉਜਾਰੇ ਮੈਨੇ ਚਾਨਣ, ਨਿਰਮਲ ਮੈਨੇ ਸਾਫ, ਉਹਦਾ ਚਾਨਣ ਸਾਫ ਹੈ। ਅੱਗੇ ਹੈ ਜੀ, ਕੋਟ ਪ੍ਰਸ ਜਾਹੇ ਨਾਮ ਲਿਏ ਹਰ ਹਰ, ਤੇਰਾ ਨਾਮ ਲੈਣ ਦੇ ਨਾਲ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ। ਇਹ ਜਿਹੜੇ ਸਿਧਾਂਤ ਨੇ ਇਹ ਗੁਰਬਾਣੀ ਵਿੱਚ ਕਿਤੇ ਵੀ ਆ ਜਾਣ ਇੱਕੋ ਹੀ ਨੇ, ਇਹ ਨਹੀਂ ਵੀ ਇੱਥੇ ਲਿਖਿਆ ਕਿਤੇ ਹੋਰ ਥਾਂ ਤੇ ਹੋਰ ਕੁਝ ਲਿਖਿਆ ਹੋਇਆ। ਇਹ ਪੱਕਾ ਅਟਲ ਨਿਯਮ ਹੈ ਗੁਰਬਾਣੀ ਦਾ ਵੀ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ ਜੀ। ਅੱਗੇ ਹੈ ਜੀ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜੀ ਕਿਆ ਬਖਾਨੇ, ਹਾਂ ਕੇ ਬਲ 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 ਸਦ ਬਲਿਹਾਰ। ਇਹਦਾ ਅਰਥ ਬਣ ਗਿਆ ਜੀ, ਜਨ ਨਾਨਕ ਭਗਤ, ਹਰੀ ਦਾ ਭਗਤ, ਦਾਸ ਗੁਰੂ ਨਾਨਕ ਜੀ, ਹਰੀ ਦੇ ਦਰ ਤੇ ਪ੍ਰਵਾਨ ਹੋਇਆ ਹੈ। ਦਰ ਤੁਲ ਮੈਨੇ ਹਰੀ ਦੇ ਦਰ ਦੇ ਉੱਤੇ, ਪਰਮਾਤਮਾ ਦੀ ਕਚਹਿਰੀ ਦੇ ਵਿੱਚ ਤੁਲ ਮੈਨੇ ਪ੍ਰਵਾਨ ਹੋਇਆ ਹੈ ਜੀ। ਬ੍ਰਹਮ ਸੰਸਰ, ਬ੍ਰਹਮ ਮੈਨੇ ਪ੍ਰਮਾਤਮਾ, ਵੀ ਗੁਰੂ ਨਾਨਕ ਦੇਵ ਜੀ ਹਰੀ ਵਰਗਾ ਹੀ ਹੈ ਜੀ। ਇੱਕ ਜੀ ਕਿਆ ਬਖਾਨੇ, ਮੇਰੀ ਇੱਕ ਜੀਵ ਗੁਰੂ ਨਾਨਕ ਦੇ ਕੀ ਗੁਣ ਕਹਿ ਸਕਦੀ ਹੈ। ਮਤਲਬ ਮੈਂ ਪੂਰੇ ਗੁਣ ਗੁਰੂ ਨਾਨਕ ਸਾਹਿਬ ਦੇ, ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਮੈਂ ਨਹੀਂ ਕਹਿ ਸਕਦਾ ਹੈਗਾ। ਹਾਂ ਕੇ ਬਲ 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 ਸਦ ਬਲਿਹਾਰ, ਮੈਂ ਗੁਰੂ ਨਾਨਕ ਤੋਂ ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ। ਇਹ ਦੂਸਰਾ ਸਬੀਆ ਇੱਥੇ ਖਤਮ ਹੋ ਰਿਹਾ ਜੀ। ਉਸ ਤੋਂ ਅਗਲੀ ਵਾਰ ਫਿਰ ਆਪਾਂ ਅਗਲੀ ਵਾਰੀ ਦੇਖਾਂਗੇ ਜੀ। ਪਹਿਲੀ ਵਾਰੀ ਕਰਨ ਲੱਗਿਆ ਜੀ, ਬੇਅੰਤ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਤੇ ਰਸਤੇ ਵੀ ਪਾਉਣਾ ਜੀ। ਜਿੱਥੇ ਗਲਤੀ ਹੋਏ ਜ਼ਰੂਰ ਦੱਸਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।